एक मैं कहना चाहूँगा फाइनांस मिनिस्टर मनप्रीत बादल जी ਜਿਹੜੇ कि हमेशा ही ये गल कहते सी पंजाब का खजाना खाली है खत्म हो गया, खजाना बिल्कुल खाली है। हुण वो खजाना किवें भरिया होया ये नहीं देखदी कि बोझ किते ते पैना। ठीक है, ये बोझ जिहड़ा हैगा देखिया जावे तां कलेर साहब घुम फिर के अपने लोकां ते ही है। ते नाल दी नाल अज नवजोत कौर सिद्धू दा नवां बयान आ गया है। इन्होंने फिर चरणजीत चन्नी नूं घेरिया है कि चंगा नहीं समझते चन्नी सरकार, चन्नी साहब नूं चंगा समझ नहीं पे कि कोई होर मुद्दा उन्हां दा कोई मकसद ही हो रहा। कैप्टन अमरिंदर सिंह उन्होंने भी क्लीयर कट एक वर्ड है, एक स्टेटमेंट है कि मैनू नवजोत सिंह सिद्धू नूं हराउण लई या कांग्रेस द्वारा ना आवे, क्योंकि उन्होंने जो हर्ट होया ना, जो कहते हैं कि मेरी बहुत जबरदस्त बेइज्जती की गई है। वही कांग्रेस सरकार, वही मंत्री जिन्होंने अपने मैनीफेस्टो च बोलिया कि घर घर नौकरी जी। हुण लोकां नूं इहदे विच बड़ा हासा जिहा महसूस हो रहा भी घर घर नौकरी किहनां दी जी? सिर्फ मंत्रियों के बच्चों दी। पिछले दिन ही तुसीं सुनिया होएगा सोनू सूद की एक स्टेटमेंट आई सी, उहदे विच ऐदां जाप रहा कि जिवें शायद उन्हां नूं इहदे विच लै के कोई चेहरा घोषित करन। ਜਿਹੜਾ ਅੱਜ ਕੱਲ੍ਹ ਰੌਲਾ ਪਿਆ ਪਰਾਲੀ ਦਾ, ਅਸੀਂ ਸ਼ਹਿਰ ਦੇ ਵਿੱਚ ਜਾਂਦੇ ਹਾਂ, ਪਿੰਡਾਂ ਦੇ ਵਿੱਚ ਜਾਂਦੇ ਹਾਂ, ਧੂੰਆਂ ਹੀ ਧੂੰਆਂ ਸਾਰੇ ਪਾਸੇ ਆ। ਬੱਚਿਆਂ ਦੀ ਸਿਹਤ ਤੋਂ ਲੈ ਕੇ ਬਜ਼ੁਰਗਾਂ ਦੀ ਸਿਹਤ ਕਿਤੇ ਨਾ ਕਿਤੇ ਖਿਲਵਾੜ ਹੋ ਰਿਹਾ ਹੈ। ਕਿਸਾਨ ਗਲਤ ਮੰਨਦੇ ਹੋ ਕਿ ਸਰਕਾਰਾਂ ਗਲਤ ਮੰਨਦੇ ਹੋ? ਸਤਿ ਸ਼੍ਰੀ ਅਕਾਲ ਜੀ, ਚਰਚਾ ਦਾ ਵਿਸ਼ਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਰਿੰਦਰ ਸਿੰਘ ਕਲੇਰ। ਪੰਜਾਬ ਦੇ ਵਿੱਚ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਸਾਹਿਬ, ਜੋ ਪੰਜਾਬ ਦੇ ਮੁੱਖ ਮੰਤਰੀ ਨੇ, ਵੱਡੇ ਵੱਡੇ ਐਲਾਨ ਕਰਦੇ ਪਏ ਨੇ, ਪਰ ਇਸ ਸਭ ਦੇ ਵਿੱਚ ਪੰਜਾਬ ਸਰਕਾਰ ਦੇ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਸ਼ ਨਜ਼ਰ ਨਹੀਂ ਆ ਰਹੇ। ਤਾਂ ਹੁਣੇ ਤਾਜ਼ਾ ਬਿਆਨ ਉਹਨਾਂ ਦੀ ਧਰਮ ਪਤਨੀ ਦਾ ਵੀ ਸਾਹਮਣੇ ਆ ਗਿਆ, ਜਿਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਵੀ ਤੰਜ਼ ਕੱਸਿਆ ਹੈ। ਕੀ ਇਹ ਪੂਰਾ ਵਿਸ਼ਾ ਗੱਲਬਾਤ ਕਰਦੇ ਹਾਂ ਸਾਡੇ ਸੀਨੀਅਰ ਐਡੀਟਰ ਐਂਡ ਚੀਫ BK ਪਵੇਜਾ ਜੀ ਦੇ ਨਾਲ। ਸਵਾਗਤ ਕਰ ਲੈਂਦੇ ਹਾਂ। ਪੰਜਾਬ ਦੇ ਵਿੱਚ ਬੜੇ ਮਸਲੇ ਉੱਠੇ ਹੋਏ ਨੇ, ਪਰ ਮੁੱਖ ਮੰਤਰੀ ਸਾਹਿਬ ਇਹ ਦਾਅਵਾ ਕਰਦੇ ਪਏ ਨੇ ਕਿ ਪੰਜਾਬ ਸਰਕਾਰ, ਕਾਂਗਰਸ ਸਰਕਾਰ ਹਰ ਮਸਲੇ ਦਾ ਹੱਲ ਕਰ ਦੇਵੇਗੀ। ਡੀਜ਼ਲ ਦਾ ਹੱਲ ਕਰ ਦਿੱਤਾ ਹੈ, ਬਿਜਲੀ ਦਾ ਹੱਲ ਕਰ ਦਿੱਤਾ ਹੈ, ਹੁਣ ਨਵੇਂ ਮਸਲੇ ਦਾ ਵੀ ਹੱਲ ਕਰਨ ਜਾ ਰਹੇ ਨੇ। ਪਰ ਇਸ ਸਭ ਦੇ ਵਿੱਚ ਨਵਜੋਤ ਸਿੰਘ ਸਿੱਧੂ ਖੁਸ਼ ਨਹੀਂ ਗਏ। ਕੀ ਕਾਰਨ ਮੰਨਦੇ ਹੋ? ਦੇਖੋ ਗੱਲ ਇਹ ਹੈ ਕਲੇਰ ਸਾਹਿਬ, ਇਹ ਗੱਲ ਜਿਹੜੀ ਨਵੀਂ ਹੋ ਰਹੀ ਹੈ, ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਐਲਾਨ ਕਰ ਰਹੇ ਆ ਜੀ, ਬੜੇ ਗੱਫੇ ਬਣ ਰਹੇ ਆ। ਇਹ ਅੱਜ ਦੀ ਡੇਟ ਦੇ ਵਿੱਚ ਨਾ ਪਬਲਿਕ ਬੜੀ ਸਿਆਣੀ ਹੋ ਗਈ ਜੀ। ਹਰ ਬੰਦੇ ਨੂੰ ਪਤਾ ਹੈ 22 ਦੇ ਇਲੈਕਸ਼ਨ ਸਿਰ ਤੇ ਹੈ, ਔਰ ਇਹ ਲੋਲੀਪੌਪ ਹੈ ਨਾ ਜਿਹੜਾ ਲੋਕ ਸਮਝਦੇ ਆ। ਠੀਕ ਹੈ, ਔਰ ਮੈਂ ਸਮਝਦਾ ਵਾਂ ਜਿਹੜੇ ਸਿੱਧੂ ਸਾਹਿਬ ਵੀ ਇਹਦੇ ਉੱਤੇ ਜੋ ਗੱਲਬਾਤ ਕਹਿ ਰਹੇ ਨੇ, ਮੈਂ ਸਮਝਦਾ ਬਿਲਕੁਲ ਸਹੀ ਗੱਲਬਾਤ ਬੋਲ ਰਹੇ ਆ ਉਹ, ਕਿਉਂਕਿ ਉਹਨਾਂ ਦਾ ਜਿਹੜਾ ਨਜ਼ਰੀਆ ਹੈਗਾ ਅੱਜ ਵੀ ਉਹੀ ਗੱਲ ਦੇ ਉੱਤੇ ਖੜੇ ਆ ਕਿ ਮੈਂ ਪੰਜਾਬ ਦੀ ਜਨਤਾ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਇਹ ਲੜਾਈ ਲੜ ਰਿਹਾ ਹਾਂ। ਮੈਨੂੰ ਕੋਈ ਗੱਦੀ ਨਹੀਂ ਚਾਹੀਦੀ, ਮੈਨੂੰ ਕੋਈ ਸੀਟ ਨਹੀਂ ਚਾਹੀਦੀ। ਜੋ ਮੇਰੇ ਪਹਿਲਾਂ ਕੁਐਸਚਨ ਸੀਗੇ ਅੱਜ ਵੀ ਮੇਰੇ ਉਹੀ ਕੁਐਸਚਨ ਹੈ। ਠੀਕ ਹੈ, ਦੂਸਰਾ ਪੁਆਇੰਟ ਇਹ ਹੈ, ਇੱਥੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਜਿਹੜੇ ਪੰਜਾਬ ਦੇ ਵੋਟਰ ਹੈ ਉਹਨਾਂ ਨੂੰ ਸਿਆਣਾ ਬਣਨਾ ਪਊਗਾ। ਠੀਕ ਹੈ, ਕਿਉਂਕਿ ਹੁਣ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ। ਲੋਕ ਇਹ ਸਮਝਣ ਲੱਗ ਗਏ ਕਿ ਇਹ ਜਿਹੜੇ ਗੱਫੇ ਆ, ਸਰਕਾਰ ਉਹੀ ਹੋਈ ਆ। ਇੱਕ ਮੁੱਖ ਮੰਤਰੀ ਬਦਲ ਗਿਆ, ਮੁੱਖ ਮੰਤਰੀ ਬਦਲਣ ਤੋਂ ਬਾਅਦ ਕੀ ਕੰਮ ਉਹੀ ਹੋ ਰਿਹਾ ਜੋ ਇਹ ਸੋਚ ਰਹੇ ਸੀ ਵੀ ਆਪਾਂ ਮੁੱਖ ਮੰਤਰੀ ਬਦਲਿਆ ਕਿਉਂ ਹੈ, ਕਾਰਨ ਕੀ ਹੈ ਜੀ। ਬਦਲਣ ਤੋਂ ਬਾਅਦ ਜਿਹੜੇ ਗੱਫੇ ਦਿਖਾ ਰਹੇ ਆ, ਇਹ ਲੋਕਾਂ ਨੂੰ ਸਮਝ ਆ ਰਹੀ ਹੈ ਵੀ 3 ਮਹੀਨੇ ਦਾ ਟਾਈਮ ਸੀਗਾ, ਜਿਹਦੇ ਵਿੱਚ ਤਕਰੀਬਨ 2 ਮਹੀਨੇ ਦਾ ਟਾਈਮ ਖਤਮ ਹੋਣ ਤੇ ਆ ਗਿਆ। ਆਲਮੋਸਟ 1 ਮਹੀਨੇ ਦਾ ਟਾਈਮ ਰਹਿ ਗਿਆ, ਔਰ ਉਹੀ ਜਿਹੜੇ ਵਿੱਚ ਕੈਬਨਿਟ ਮੰਤਰੀ ਆ 80% ਪੁਰਾਣੇ ਬੰਦੇ ਆ। ਖਾਸ ਕਰਕੇ ਇੱਕ ਮੈਂ ਕਹਿਣਾ ਚਾਹੂੰਗਾ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਜਿਹੜੇ ਕਿ ਹਮੇਸ਼ਾ ਹੀ ਇਹ ਗੱਲ ਕਹਿੰਦੇ ਸੀ ਪੰਜਾਬ ਦਾ ਖਜ਼ਾਨਾ ਖਾਲੀ ਹੈ, ਖਤਮ ਹੋ ਗਿਆ, ਖਜ਼ਾਨਾ ਬਿਲਕੁਲ ਖਾਲੀ ਹੈ। ਹੁਣ ਉਹ ਖਜ਼ਾਨਾ ਕਿਵੇਂ ਭਰਿਆ ਹੋਇਆ, ਉਹ ਖਜ਼ਾਨੇ ਦੇ ਵਿੱਚੋਂ ਪੈਸਾ ਕਿੱਥੋਂ ਆ ਗਿਆ ਕਿ ਜਿਹੜਾ ਪਟਾਰੀ ਖੋਲ ਕੇ ਚਰਨਜੀਤ ਸਿੰਘ ਜੀ ਵੰਡ ਰਹੇ ਆ, ਲੋਕਾਂ ਨੂੰ ਕਹਿ ਰਹੇ ਆ ਕਿ ਲੋ ਜੀ ਇਹ ਅਸੀਂ ਤੁਹਾਡੀ ਬਿਜਲੀ ਸਸਤੀ ਕਰਤੀ, ਅਸੀਂ ਤੁਹਾਨੂੰ ਆਹ ਵਾਲੇ ਗੱਫੇ ਦੇ ਦਿੱਤੇ, ਬੜਾ ਕੁਛ। ਈਵਨ ਸਰਕਾਰੀ ਮੁਲਾਜ਼ਮਾਂ ਨੂੰ ਵੀ ਬਹੁਤ ਰਾਇਤਾਂ ਪਹਿਲਾਂ ਸ਼ੁਰੂ ਤੋਂ ਇਹਨਾਂ ਨੇ ਕੀਤੀਆਂ ਜੀ।
ਸੁਣਨ ਚ ਆਇਆ ਕਿ ਅੱਜ ਦੀ ਜਿਹੜੀ ਇੱਕ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਵੀ ਕੋਈ ਵੱਡਾ ਤਕੜਾ ਕਰਨ ਵਾਲੇ ਆ। ਠੀਕ ਹੈ, ਜੋ ਸੁਣਨ ਚ ਆਇਆ। ਸ਼ਾਇਦ ਕਰਦੇ ਕਰਦੇ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ, ਥੋੜੀ ਦੇਰ ਤੱਕ ਹੁਣ ਇਹ ਸੂਤਰ ਦੱਸ ਦੇਣਗੇ ਤੇ ਉਹਦਾ ਵੀ ਤੁਹਾਨੂੰ ਅਸੀਂ ਜ਼ਰੂਰ ਲਾਜ਼ਮੀ ਦੱਸਾਂਗੇ ਜੀ। ਮੇਨ ਗੱਲ ਇਹ ਹੈ ਵੀ ਵੋਟਰਾਂ ਨੂੰ ਇਹ ਗੱਲ ਵਿੱਚ ਸੁਚੇਤ ਹੋਣਾ ਪਊਗਾ ਕਿ ਜਿਹੜਾ ਇਹ ਲੋਲੀਪੌਪ ਹੈ ਇਹ 1 ਮਹੀਨੇ ਦਾ ਟਾਈਮ ਰਹਿ ਗਿਆ ਕਿ ਇਹ ਆਉਣ ਵਾਲੀ ਸਰਕਾਰ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਵੀ ਕਿਹੜੀ ਸਰਕਾਰ ਆਉਂਦੀ ਹੈ, ਦੂਸਰੀ ਗੱਲ ਇਹ ਹੈ ਵੀ ਇਹ ਜਿਹੜੇ ਜੋ ਕੁਝ ਗੱਫੇ ਵੰਡੇ ਜਾ ਰਹੇ ਆ ਇਹ ਅੱਗੇ ਕਿੰਨੀ ਦੇਰ ਲਈ ਹੈ, ਇਹ ਰੈਗੂਲਰ ਹੋਣਗੇ ਕਿ ਇਹਨਾਂ ਤੋਂ ਇਲਾਵਾ ਸਰਕਾਰ ਬਦਲ ਗਈ ਜਾਂ ਕਿਸੇ ਦੂਜੇ ਧਿਰ ਦੀ ਸਰਕਾਰ ਆ ਗਈ ਕਿ ਉਹ ਇਹ ਰੈਗੂਲਰ ਰੱਖਣਗੇ ਜੀ। ਤੁਸੀਂ ਕਾਫੀ ਸਰਕਾਰਾਂ ਦੇਖੀਆਂ ਹੋਣੀਆਂ, ਮੈਂ ਵਿਧਾਨ ਸਭਾ ਲੋਕ ਸਭਾ ਦੇਖਿਆ ਹੋਣਾ ਹੈ, ਖਜ਼ਾਨਾ ਖਾਲੀ ਦਾ ਮਤਲਬ ਕੀ ਸਮਝਦੇ ਹੋ? ਦੇਖੋ ਖਜ਼ਾਨਾ ਖਾਲੀ ਦਾ ਮਤਲਬ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੋ ਮੈਂ ਸਮਝਦਾ ਸਿੱਧੂ ਸਾਹਿਬ ਦੀ ਜਿਹੜੀ ਜਿਵੇਂ 18 ਨੂੰ 31 ਪ੍ਰੋਗਰਾਮ ਹੈ ਜਾਂ ਜਿਹੜੇ ਹੋਰ ਉਹ ਆਪਣਾ ਪੰਜਾਬ ਨੂੰ ਅੱਗੇ ਲਿਜਾਣ ਵਾਲੇ ਪ੍ਰੋਗਰਾਮ ਉਹਨਾਂ ਨੇ ਦੱਸੇ ਆ, ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮੈਨੂੰ ਕੁਝ ਵਧੀਆ ਖਿਆਲਾਤ ਲੱਗਦੇ ਆ, ਉਹਦੇ ਖਿਆਲਾਤਾਂ ਦੇ ਵਿੱਚੋਂ ਇੱਕ ਖਿਆਲ ਇਹ ਹੈ ਵੀ ਪੰਜਾਬ ਨੂੰ ਚਲਾਉਣ ਵਾਸਤੇ ਰੈਵਨਿਊ ਕਿੱਥੋਂ ਆਊਗਾ। ਰੈਵਨਿਊ ਦਾ ਜਿਹੜਾ ਮੇਨ ਰੋਲ ਹੈ। ਖਜ਼ਾਨਾ ਖਾਲੀ ਦਾ ਦੇਖੋ ਗੱਲ ਇਹ ਹੁਣ ਜਿਵੇਂ ਬਿਜਲੀ ਦਾ ਦੇਖੋ 3 ਰੁਪਏ ਬਿਜਲੀ ਕਰਤੀ, ਉਹਦਾ ਭਾਰ ਤਾਂ ਖਜ਼ਾਨੇ ਦੀ ਪੈਣਾ ਜੀ 3200 ਕਰੋੜ ਰੁਪਈਆ ਕਹਿਣੇ ਲੱਗਦੇ, ਦੇਖੋ ਕਿਵੇਂ ਲੱਗਦੇ ਆ 3200 ਕਰੋੜ ਬੱਲੇ। ਦੇਖੋ ਉਹਦਾ ਕਾਰਨ ਹੈ ਏਡਾ ਸਾਲਾਨਾ ਇਹਦੇ ਤੇ ਬੋਝ ਪੈਣਾ। ਠੀਕ ਹੈ, ਸਰਕਾਰਾਂ ਆਪਣੇ ਲੈਵਲ ਤੇ ਆਪਣੇ ਆਪ ਨੂੰ ਮੁਕੰਮਲ ਰੱਖਣ ਵਾਸਤੇ, ਆਪਣੀਆਂ ਸੀਟਾਂ ਸਲਾਮਤ ਕਰਨ ਵਾਸਤੇ, ਆਪਣੇ ਲੋਕਾਂ ਨੂੰ ਵੋਟਰਾਂ ਨੂੰ ਰੁਝਾਵੇਂ ਜਿਹੜੇ ਗੱਫੇ ਵੰਡਣ ਵਾਸਤੇ ਇਹ ਨਹੀਂ ਦੇਖਦੀ ਕਿ ਬੋਝ ਕਿਤੇ ਤੇ ਪੈਣਾ। ਠੀਕ ਹੈ, ਇਹ ਬੋਝ ਜਿਹੜਾ ਹੈਗਾ ਦੇਖਿਆ ਜਾਵੇ ਤਾਂ ਕਲੇਰ ਸਾਹਿਬ ਘੁੰਮ ਫਿਰ ਕੇ ਆਪਣੇ ਲੋਕਾਂ ਤੇ ਹੀ ਹੈ। ਇਹ ਪਬਲਿਕ ਦੇ ਹੈ, ਪਬਲਿਕ ਦਾ ਹੀ ਟੈਕਸ ਹੈ, ਪਬਲਿਕ ਦੇ ਫੰਡ ਹੈ, ਇਹ ਸਾਰਾ ਪੈਸਾ ਘੁੰਮ ਫਿਰ ਕੇ ਹੀ ਜਾਂਦਾ ਹੈ ਜੀ। ਜਿਹੜਾ ਕੋਈ ਚੀਜ਼ ਹੈਗੀ ਹੈ। ਬੇਅਦਬੀ ਮੁੱਦੇ ਤੇ ਇੱਕ ਲੰਮੇ ਸਮੇਂ ਤੋਂ ਕੱਲ੍ਹ ਇਜਲਾਸ ਚੱਲਦਾ ਪਿਆ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਕਹਿ ਰਹੇ ਸਨ ਕਿ 6 ਮਹੀਨੇ ਦਾ ਸਮਾਂ ਹੋ ਗਿਆ ਹੈ SITs ਬੈਠੀਆਂ ਨੂੰ, ਹਾਲੇ ਤੱਕ ਚਾਰਜ ਸ਼ੀਟ ਨਹੀਂ ਖੁੱਲੀ। ਤੇ ਨਾਲ ਦੀ ਨਾਲ ਹੀ ਅੱਜ ਨਵਜੋਤ ਕੌਰ ਸਿੱਧੂ ਦਾ ਨਵਾਂ ਬਿਆਨ ਆ ਗਿਆ ਹੈ। ਇਹਨਾਂ ਨੇ ਫੇਰ ਚਰਨਜੀਤ ਚੰਨੀ ਨੂੰ ਘੇਰਿਆ ਹੈ ਕਿ ਚੰਗਾ ਨਹੀਂ ਸਮਝਦੇ, ਚੰਨੀ ਸਾਹਿਬ ਨੂੰ ਚੰਗਾ ਸਮਝਦੇ ਨਹੀਂ ਪਏ ਕਿ ਕੋਈ ਹੋਰ ਮੁੱਦਾ ਉਹਨਾਂ ਦਾ ਕੋਈ ਮਕਸਦ ਵੀ ਹੋ ਰਿਹਾ। ਦੇਖੋ ਗੱਲ ਇਹ ਹੈ ਕਲੀਅਰ ਸਾਹਿਬ, ਇੱਕ ਚੀਜ਼ ਤਾਂ ਇਹ ਪੱਕਾ ਕਲੀਅਰ ਕੱਟ ਹੈ, ਕੱਲ ਦੇ ਕੁਝ ਬਿਆਨਾਂ ਦੇ ਵਿੱਚ ਉਹਨਾਂ ਨੇ ਬੜੀ ਕਲੀਅਰ ਕੱਟ ਆਵਾਜ਼ ਇਹ ਕਹਿੰਦੇ ਸੀ ਕਿ ਮੈਂ ਕੋਈ ਰਿਕਮੈਂਡ ਨਹੀਂ ਕੀਤਾ ਸੀ ਚੰਨੀ ਸਾਹਿਬ ਨੂੰ ਜੀ। ਉਹਨਾਂ ਨੇ ਕਲੀਅਰ ਵਰਡ ਬੋਲਤੇ ਕਿ ਮੈਂ ਕੋਈ ਰਿਕਮੈਂਡ ਨਹੀਂ ਕੀਤਾ, ਮੈਂ ਤਾਂ ਪੰਜਾਬ ਦੇ ਫੈਸਲਿਆਂ ਲਈ ਅੱਜ ਵੀ ਖੜਾ ਵਾਂ ਵੀ ਜਿਹੜੇ ਮੇਰੇ ਪ੍ਰੋਗਰਾਮ ਨੇ ਉਹ 100% ਉਦਾਂ ਹੀ ਹੋਣੇ ਚਾਹੀਦੇ। ਦੂਸਰੀ ਗੱਲ ਆਪਾਂ ਕਹਿੰਦੇ ਆ ਵੀ ਜਿਹੜੀ 6 ਮਹੀਨੇ ਦਾ ਟਾਈਮ ਜਿਹੜਾ ਇਹਨਾਂ ਨੂੰ ਮਿਲਿਆ ਸੀ ਉਹਦਾ ਵੀ ਕੱਲ ਲਾਸਟ ਦਿਨ ਸੀਗਾ ਜੇ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਲਾਸਟ ਦਿਨ ਹੋ ਗਿਆ ਖਤਮ, ਉਹ 6 ਮਹੀਨਿਆਂ ਦੇ ਨਾਮ ਕੀ ਇਹ ਆਪਣੀ ਪੰਜਾਬ ਸਰਕਾਰ ਇਹ ਸੁਪਰੀਮ ਕੋਰਟ ਦੇ ਵਿੱਚ SLP ਲਗਾ ਨਹੀਂ ਸਕਦੀ? ਕਿਉਂ ਨਹੀਂ ਲਗਾ ਸਕਦੀ? ਪੂਰੀ ਪਾਵਰਾਂ ਨੇ, ਸਭ ਕੁਝ ਲਗਾ ਸਕਦੀ ਹੈ। ਬੇਅਦਬੀ ਦਾ ਮੁੱਦਾ ਉੱਥੇ ਹੀ ਖੜਾ ਹੈ। ਉਹਨਾਂ ਨੇ ਤਾਂ ਕੱਲ ਬੜਾ ਵੱਡਾ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਤੁਹਾਨੂੰ ਪੰਜਾਬ ਸਰਕਾਰ ਨੂੰ AG ਤੇ DG ਚਾਹੀਦਾ ਕਿ ਪੰਜਾਬ ਦਾ ਪ੍ਰਧਾਨ ਚਾਹੀਦਾ, ਸਿਫਾਰਸ਼ੀ ਚਾਹੀਦੇ। ਹਾਂ ਦੇਖੋ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਗੱਲ ਕੀਤੀ ਵੀ ਇਹ ਬੜੀ ਇੱਕ ਢੁਕਵੀਂ ਗੱਲ ਹੈ ਵੀ ਉਹੀ ਬੰਦੇ ਕਿ ਜਿਨ੍ਹਾਂ ਨੇ ਪਹਿਲਾਂ ਸਿੱਟਾਂ ਦੇ ਵਿੱਚ ਸਭ ਕੁਝ ਡਿਫਾਈਨ ਕੀਤਾ, ਫੈਸਲੇ ਕੀਤੇ, ਔਰ ਜਿਹੜੀ ਕਿ ਉਹ ਗੱਲ ਸਾਰਿਆਂ ਨੂੰ ਪਤਾ ਹੈ ਬਈ ਉਹ ਕਿਹਦੀ ਫੇਵਰ 'ਚ ਸੀਗੀ, ਉਹ ਸਿੱਟ ਦੇ ਵਿੱਚ ਕੀ ਸੀਗਾ। ਉਹ ਨਾਲ ਦੀ ਨਾਲ ਜਿਹੜੇ ਸੈਣੀ ਸਾਹਿਬ ਦੇ ਵੀ ਜਿਹੜੇ ਐਡਵੋਕੇਟ ਹੀ AG ਰਹੇ ਨੇ ਉਹਨਾਂ ਦੀ ਕਲੀਅਰ ਕੱਟ ਵਰਡਾਂ ਦੇ ਉਹਨੇ ਕਲੀਅਰ ਬਿਆਨ ਦਿੱਤੇ ਆ ਵੀ ਉਹੀ ਚੀਜ਼ਾਂ ਨੂੰ ਮੈਂ ਦੁਬਾਰਾ ਕਿਵੇਂ ਦੁਹਰਾ ਸਕਦਾ ਹਾਂ। ਸੁਖਪਾਲ ਖਹਿਰਾ ਦਾ ਇੱਕ ਸਮਾਂ ਸੀਗਾ ਜਦੋਂ ਉਹਨਾਂ ਨੇ ਪਾਰਟੀ ਛੱਡੀ, ਆਮ ਆਦਮੀ ਪਾਰਟੀ, ਤਾਂ ਉਹਨਾਂ ਦੇ ਫੇਸਬੁੱਕ ਤੇ ਲੱਖਾਂ ਲਾਈਕ ਹੁੰਦੇ ਸੀਗੇ, ਲੱਖਾਂ ਕਮੈਂਟ ਹੁੰਦੇ ਸੀ ਤੇ ਸ਼ਾਇਦ ਭੁਲੇਖਾ ਪੈ ਗਿਆ ਸੀ ਉਹਨਾਂ ਨੂੰ ਕਿ ਉਹ ਆਪਣੀ ਜਿਹੜੀ ਨਵੀਂ ਪਾਰਟੀ ਬਣਾਈ ਸੀ ਉਹਨਾਂ ਦੀ ਉਹ ਪੰਜਾਬ ਦੇ ਵਿੱਚ ਕੁਝ ਵੱਡਾ ਕਰਨਗੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਜ਼ਿਆਦਾਤਰ ਲੋਕ ਹੁਣ ਇਹ ਕਹਿਣ ਲੱਗ ਪਏ ਨੇ ਕਿ ਹੁਣ ਤਾਂ ਚੰਨੀ ਸਾਹਿਬ ਆ ਗਏ ਨੇ, ਮੁੱਖ ਮੰਤਰੀ ਸਾਹਿਬ ਬਦਲ ਗਏ, ਤੁਸੀਂ ਹੁਣ ਤਾਂ ਇੱਕ ਸੁਰ ਦੇ ਵਿੱਚ ਆ ਜਾਓ। ਦੇਖੋ ਇੱਕ ਗੱਲ ਹੋਰ ਹੈ, ਇੱਕ ਸੁਰ ਦੇ ਵਿੱਚ ਆਉਣਾ ਕੋਈ ਵੱਡੀ ਗੱਲ ਨਹੀਂ। ਪਿੱਛੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ, ਈਵਨ ਇੱਥੇ ਤੱਕ ਕਿ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਇਹ ਆਪਣੇ ਬਾਹਰ ਘੁੰਮਣ ਗਏ ਆ, ਉੱਥੇ ਕੇਦਾਰਨਾਥ ਯਾਤਰਾ ਕਰਕੇ ਆਏ ਆ, ਬੜੇ ਲੋਕਾਂ ਨੇ ਉੱਥੇ ਵਾਕ ਦਿੱਤੇ ਕਿ ਲੋ ਜੀ ਇਕੱਠੇ ਹੋ ਗਏ ਹੋ ਗਏ। ਦੇਖੋ ਉਹਨਾਂ ਦਾ ਇੱਕੋ ਹੀ ਦਰ ਉਹੀ ਗੱਲ ਹੈ ਵਾਰ-ਵਾਰ ਕਿ ਮੈਂ ਲੋਕਾਂ ਦੇ ਪ੍ਰਤੀ ਜੋ ਮੈਂ ਆਪਣੇ ਇੱਥੇ ਗੱਲਾਂ ਕਹੀਆਂ ਉਹ ਗੱਲਾਂ ਮੈਂ ਮੁਕੰਮਲ ਚਾਹੁੰਦਾ ਵਾਂ। ਦੂਸਰੀ ਗੱਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੇ ਅੱਜ ਵੀ ਚਾਹੇ ਜੋ ਮਰਜ਼ੀ ਕਹਿ ਲੈ, ਲੋਕ ਪੰਜਾਬ ਦੇ ਨਵਜੋਤ ਸਿੰਘ ਸਿੱਧੂ
ਦੇ ਜਿਹੜੇ ਨਾ ਅੱਜ ਵੀ ਫੋਲੋਅਰ ਲੋਕ ਵੇਟ ਕਰਦੇ ਆ ਜੀ। ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਦੀ ਸ਼ੁਰੂ ਹੋ ਰਹੀ ਹੈ, ਹੁਣ ਦੇਖੋ ਸਿੱਧੂ ਨੇ ਕੀ ਕਹਿ ਦੇਣਾ। ਹੁਣ ਲੋਕਾਂ ਦਾ ਧਿਆਨ ਇਹ ਆਪਣੇ ਵੱਲ ਖਿੱਚਣ ਦਾ ਉਹਨਾਂ ਦਾ ਇੱਕ ਅਲੱਗ ਨਜ਼ਰੀਆ ਹੈ। ਔਰ ਅੱਜ ਜਿਹੜੀ ਸਰਕਾਰ ਦੇ ਜਿਹੜੀ ਮੇਨ ਚੀਜ਼ ਹੈਗੀ ਹੈ, ਹੁਣ ਵੀ ਪੰਜਾਬ ਸਰਕਾਰ ਦੀ ਜਿਹੜੀ ਅਗਲੀ ਆਉਣ ਵਾਲੀ ਸਰਕਾਰ ਹੈ, ਉਹਨਾਂ ਨੂੰ ਵੀ ਇਸ ਗੱਲ ਦਾ ਹੈਗਾ ਵੀ ਜੇ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਇੰਟਰਨਲੀ ਜਿਹੜੀ ਲੜਾਈ ਚੱਲ ਰਹੀ ਹੈ, ਯੁੱਧ ਚੱਲ ਰਿਹਾ, ਇਹ ਅੱਜ ਵੀ ਇਕੱਠੇ ਨਹੀਂ ਹੁੰਦੇ, ਸ਼ਾਇਦ ਆਉਣ ਵਾਲਾ ਟਾਈਮ ਜਿਹੜਾ ਇਹਨਾਂ ਲਈ ਬਹੁਤਾ ਵਧੀਆ ਨਹੀਂ ਹੋਏਗਾ। ਨਾਲ ਦੀ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਜੀ, ਜਿਹੜੇ ਕਿ ਬੜੇ ਜ਼ਬਰਦਸਤ ਆਪਣੇ ਸਿਆਸਤ ਦੇ ਖਿਲਾੜੀ ਨੇ, ਐਕਸਪੀਰੀਅੰਸ ਬੰਦੇ ਨੇ ਜੀ, ਉਹਨਾਂ ਦਾ ਵੀ ਕਲੀਅਰ ਕੱਟ ਇੱਕ ਵਰਡ ਹੈ, ਇੱਕ ਸਟੇਟਮੈਂਟ ਹੈ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਜਾਂ ਕਾਂਗਰਸ ਦੁਆਰਾ ਨਾ ਆਵੇ, ਕਿਉਂਕਿ ਉਹਨਾਂ ਨੂੰ ਜਿਹੜਾ ਹਰਟ ਹੋਇਆ ਨਾ, ਜੋ ਕਹਿੰਦੇ ਨੇ ਕਿ ਮੇਰੀ ਬਹੁਤ ਜ਼ਬਰਦਸਤ ਬੇਇੱਜ਼ਤੀ ਕੀਤੀ ਗਈ ਹੈ, ਮੇਰੀ ਉਮਰ ਦਾ ਖਿਆਲ ਨਹੀਂ ਕੀਤਾ, ਉਮਰ ਦਾ ਧਿਆਨ ਨਹੀਂ ਕੀਤਾ ਗਿਆ ਵੀ ਮੇਰੇ ਨਾਲ ਐਡਾ ਮਾੜਾ ਮੈਂ ਸੋਚ ਨਹੀਂ ਸਕਦਾ ਸੀ ਕਿ ਮੈਂ ਇੰਨੀ ਸੇਵਾ ਕੀਤੀ ਕਾਂਗਰਸ ਦੀ, ਤੇ ਮੇਰੇ ਨਾਲ ਜਾਂਦੇ ਜਾਂਦੇ ਉਹਨਾਂ ਨੇ ਆ ਜੇ ਮੈਨੂੰ ਊਂ ਹੱਸ ਕੇ ਕਹਿ ਦਿੰਦੇ ਤਾਂ ਮੈਂ ਉਹੀ ਗੱਦੀ ਛੱਡ ਦਿੰਦਾ। ਠੀਕ ਹੈ। ਤੇ ਉਹਨਾਂ ਨੂੰ ਇਹ ਬੜਾ ਵੱਡਾ ਉਹ ਗੱਲ ਗਲੇ ਤੋਂ ਕਹਿੰਦੇ ਜਿਵੇਂ ਉਤਰ ਨਹੀਂ ਰਹੀ। ਹੁਣ ਉਹਨਾਂ ਦੀ ਜੋ ਸੁਣਨ ਦੇ ਵਿੱਚ ਸੂਤਰਾਂ ਤੋਂ ਵੀ ਪਤਾ ਲੱਗਿਆ ਕਿ ਉਹਨਾਂ ਨੇ ਕੁਝ ਮੀਟਿੰਗਾਂ ਈਵਨ ਇੱਥੇ ਤੱਕ ਕਿ ਸੁਖਵੀਰ ਬਾਦਲ ਨੂੰ ਵੀ ਸੀਐਮ ਬਣਾਉਣ 'ਚ ਐਗਰੀ ਹੋ ਗਏ, ਉਹ ਰਾਜੀ ਹੋ ਗਏ ਕਿ ਭਾਈ ਮੈਂ ਸੀਐਮ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਅਗਲੀ ਸਰਕਾਰ ਦੇ ਵਿੱਚ ਚਾਹੇ ਮੈਨੂੰ ਸੁਖਵੀਰ ਬਾਦਲ ਨੂੰ ਬਣਾਉਣਾ ਪਵੇ, ਪਰ ਮੈਂ ਸਿੱਧੂ ਨੂੰ ਨਹੀਂ ਬਣਨ ਦੇਵਾਂਗਾ। ਤੁਹਾਡੀ ਗੱਲ ਵਿੱਚ ਹੀ ਆ। ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਵਿੱਚ ਸੀਗੇ ਐਜ਼ ਏ ਸੀਐਮ, ਤਾਂ ਉਦੋਂ ਇਹ ਰੌਲਾ ਬਹੁਤ ਚੱਲ ਗਿਆ ਸੀਗਾ, ਪ੍ਰਿੰਕਾ ਗਾਂਧੀ ਤੱਕ ਗੱਲ ਚਲੇ ਗਈ ਸੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਉਹੀ ਗੱਲ ਜੇ ਉਹ ਮੀਡੀਆ ਸਾਹਮਣੇ ਕਹਿੰਦੇ ਆ ਪਹਿਲਾਂ ਆਪ ਵਿਚਾਰ ਲੈਣ, ਆਪਣੇ ਜਿਹੜੇ ਕੈਬਨਿਟ ਮੰਤਰੀ ਆ ਜਾਂ ਨੇਤਾ ਵਾ ਜਾਂ ਸੀਨੀਅਰ ਮੰਤਰੀ ਉਹਨਾਂ ਨੇ ਗੱਲਬਾਤ ਕਰ ਲੈਣਾ, ਤਾਂ ਉਦੋਂ ਉਹਨਾਂ ਦਾ ਇੱਕ ਸਿੱਧੂ ਉਹਨਾਂ ਦਾ ਜਾਂ ਕੈਬਨਿਟ ਮੰਤਰੀਆਂ ਦਾ ਔਖਾ ਹੁੰਦਾ ਸੀ ਕਿ ਕੈਪਟਨ ਸਾਹਿਬ ਮਿਲਦੇ ਨਹੀਂ ਕਿ, ਤਾਂ ਕਰਕੇ ਉਹ ਗੱਲ ਨਹੀਂ ਰੱਖ ਸਕਦੇ ਸੀਗੇ। ਹੁਣ ਤਾਂ ਚੰਨੀ ਸਾਹਿਬ ਮਿਲਦੇ ਆ ਸਾਰਿਆਂ ਨੂੰ, ਆਮ ਲੋਕਾਂ ਨੂੰ ਰਾਤ ਨੂੰ ਦਰਬਾਰ ਲਗਾਉਂਦੇ ਆ, ਮੁਸ਼ਕਿਲਾਂ ਸੁਣਦੇ ਆ, ਫਿਰ ਸਿੱਧੂ ਸਾਹਿਬ ਪ੍ਰੈਸ ਕਾਨਫਰੰਸ ਤੇ ਗੱਲ ਹੀ ਕਹਿ ਦਿੰਦੇ ਆ ਕਿ ਉਹ ਮਿਲ ਕੇ ਨਹੀਂ ਗੱਲ ਕਰ ਸਕਦੇ। ਦੇਖੋ ਗੱਲ ਇਹ ਹੈ ਕਲੇਰ ਸਾਹਿਬ, ਪੌਣੇ 5 ਸਾਲ ਬੀਤ ਗਏ ਜੀ, ਈਵਨ ਇੱਥੇ ਤੱਕ 2 ਮਹੀਨੇ ਦਾ ਵਕਤ ਰਹਿ ਗਿਆ ਅਪਰੋਕਸੀਮੇਟਲੀ ਜੀ। ਹੁਣ ਆਉਣ ਵਾਲੇ ਮਹੀਨੇ 12ਵੇਂ ਮਹੀਨੇ ਹੁਣ ਕੋਡ ਆਫ ਕੰਡਕਟ ਵੀ ਲੱਗ ਜਾਣਾ। ਕੰਮ ਜਿਹੜੇ ਕੀਤੇ ਕਰਾਏ ਤੇ ਜਿਹੜੇ ਇਮੀਡੀਏਟਲੀ ਫਟਾਫਟ ਡਿਸੀਜਨ ਲੈ ਜਾ ਰਹੇ ਆ, ਪਰ ਜਿਹੜੇ ਲੈ ਗਏ ਤੇ ਲੈ ਗਏ, ਉਹ ਕਿੰਨੇ ਦਿਨ ਲਈ ਲੋਕਾਂ ਨੂੰ ਫਾਇਦਾ ਮਿਲੂਗਾ ਜੀ, ਉਹ ਕਿੰਨਾ ਟਾਈਮ ਲੋਕ ਇਹ ਦੇਖ ਰਹੇ ਆ ਵੀ ਇਹ ਜਿਹੜੇ ਹੈਗੀਆਂ ਚੀਜ਼ਾਂ ਇਹ ਸਾਨੂੰ ਰੈਗੂਲਰ ਰਹਿਣਗੀਆਂ। ਦੇਖੋ ਸਰਕਾਰ ਕਾਂਗਰਸ ਦੀ ਹੋਈ ਹੈ, ਸਿਰਫ ਮੁਖੀਆ ਬਦਲਿਆ, ਕੈਪਟਨ ਬਦਲਿਆ, ਸਮਝੋ ਸੀਐਮ ਸਾਹਿਬ ਬਦਲੇ ਆ, ਉਹ ਸੀਐਮ ਸਾਹਿਬ ਆ ਗਏ ਨਵੇਂ, ਪੌਣੇ 5 ਸਾਲ ਕੋਈ ਕੰਮ ਨਹੀਂ ਹੋਏ ਜੀ। ਜਦ ਕਿ ਪਿਛਲੇ ਦਿਨੀ ਕੈਪਟਨ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਇਹ ਗੱਲ ਕਹੀ ਹੈ ਕਲੀਅਰ ਕੱਟ ਵੀ ਇਹ ਸਭ ਮੇਰੇ ਤੇ ਝੂਠੇ ਤੋਹਮਤ ਲਗਾਈਆਂ, 85 ਤੋਂ 90% ਮੈਂ ਕੰਮ ਕੀਤੇ ਆ। ਉਹ ਲੋਕਾਂ ਨੂੰ ਉਹਨਾਂ ਨੇ ਬਕਾਇਦਾ ਡਿਟੇਲ ਦੇ ਵਿੱਚ ਉਹਨਾਂ ਸੁਰਾਂ 'ਚ ਬੋਲਿਆ ਕਿ ਮੈਂ ਇੰਨੇ % ਕੰਮ ਕੀਤੇ ਆ, ਤੁਸੀਂ ਚੈੱਕ ਕਰ ਸਕਦੇ ਹੋ, ਕ੍ਰਾਸ ਚੈੱਕ ਕਰ ਸਕਦੇ ਹੋ। ਪਰ ਲੋਕ ਨਾ ਖੁਸ਼ ਸੀਗੇ। ਜਿਹੜੀ ਗੱਲ ਇਹ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਲੋਕਾਂ ਨੂੰ ਪਬਲਿਕ ਨੂੰ ਮਿਲਦੇ ਨਹੀਂ ਸੀ ਜਾਂ ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ ਸੀ, ਆਪਣੇ ਸਿਸ਼ਮਾ ਫਾਰਮ ਹਾਊਸ 'ਚ ਹੀ ਅੰਦਰ ਰਹਿੰਦੇ ਸੀਗੇ ਜਾਂ ਉੱਥੇ ਆਪਣਾ ਪਲਾਨ ਕਰਦੇ ਸੀ ਸਾਰਾ ਬੈਠ ਕੇ। ਤੇ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਪਬਲਿਕ ਨੂੰ ਮਿਲਣ ਲਈ, ਇਹ ਬੜਾ ਸੁਖਾਵਾਂ ਤਾਂ ਜ਼ਰੂਰ ਹੋ ਗਿਆ। ਸਿਰਫ ਲੋਕਾਂ ਦੀ ਨਜ਼ਰ ਹੁਣ ਇਸੇ ਗੱਲ ਦੇ ਉੱਤੇ ਹੀ ਹੈ ਕਿ ਭਾਈ ਜਿਹੜੇ ਇਹ ਬੈਨੀਫਿਟ ਪਬਲਿਕ ਨੂੰ ਦੇ ਰਹੇ ਆ, ਇਹ ਅੱਗੋਂ ਸਾਨੂੰ ਮਿਲਣਗੇ ਕਿ ਨਹੀਂ ਮਿਲਣਗੇ। ਇਹ ਮਿਲ ਤਾਂ ਹੀ ਸਕਦੇ ਆ ਕਲੇਰ ਸਾਹਿਬ ਜੇ ਕਾਂਗਰਸ ਇਕਜੁੱਟਤਾ 'ਚ ਹੋਵੇ, ਜੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਰਵੇ, ਕਿਉਂਕਿ ਆਪਣੀ ਗੱਲ ਕਹੀ ਤਾਂ ਵਾਪਸ ਹੋਣੀ ਨਹੀਂ। ਫਿਰ ਹੁਣ ਦੂਜੀ ਸਰਕਾਰ ਤਾਂ ਕਿ ਕੋਈ ਬਦਲ ਸਕਦੀ ਹੈ, ਉਹ ਕਹਿ ਸਕਦੀ ਹੈ ਕਿ ਨਹੀਂ ਭਾਈ ਆਹ ਤਾਂ ਪ੍ਰੋਗਰਾਮ ਗਲਤ ਸੀ, ਇਹਨਾਂ ਨੇ ਰੈਵਨਿਊ ਬਾਰੇ ਨਹੀਂ ਸੋਚਿਆ, ਇਹਨਾਂ ਨੇ ਕਿਵੇਂ ਸੋਚ ਲਿਆ ਕਿ ਏਦਾਂ ਅਸੀਂ ਆਹ ਕੰਮ ਕਰ ਦਾਂਗੇ ਤੇ ਬਾਅਦ ਪੈਸਾ ਕਿੱਥੋਂ ਆਉਣਾ, ਫਿਰ ਖਜ਼ਾਨਾ ਖਾਲੀ ਨਜ਼ਰ ਆ ਜਾਣਾ ਇਹਨਾਂ ਨੂੰ। ਦੇਖੋ ਇਹ ਜਿਹੜੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇਸ ਤਰ੍ਹਾਂ ਹੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੈਠ ਕੇ ਜਿਹੜੀ ਆਪਸ ਵਿੱਚ ਗੱਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸਿੱਧੂ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਜਾਂ 2-4 ਵਾਰੀ ਇਹਨਾਂ ਨਾਲ ਮਿਲ ਕੇ ਦੱਸਿਆ ਵੀ ਆਹ ਜਿਹੜੇ ਪ੍ਰੋਗਰਾਮ ਹੈਗੇ ਆ, ਈਵਨ ਹਾਈ ਕਮਾਂਡ ਨੇ ਵੀ ਇਹਨਾਂ ਨੂੰ ਕਮਾਂਡਿੰਗ ਕੀਤੀ ਆ ਕਿ ਜਿਹੜਾ ਬੇਅਦਬੀ ਦਾ ਮਸਲਾ ਹੈ, ਔਰ ਸਾਨੂੰ ਉਮੀਦ ਵੀ ਲੱਗਦੀ ਹੈ ਕਿ ਜਿਹੜਾ ਅੱਜ ਦਾ ਵੀ ਪ੍ਰੋਗਰਾਮ ਹੈਗਾ ਜਿਹਦੇ 'ਚ ਇਤਿਹਾਸਿਕ ਫੈਸਲਾ ਹੋਣ ਦੀ ਉਮੀਦ ਹੈ, ਹੋ ਸਕਦਾ ਹੈ ਉਹਦੇ ਵਿੱਚ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਆਪਣੇ ਪਬਲਿਕ ਲਈ ਜਾਂ ਇਹ ਬੇਅਦਬੀ ਦੇ ਮਾਮਲਿਆਂ ਨੂੰ ਥੋੜਾ ਜਿਹਾ ਜਲਦੀ ਸਪੀਡ ਫੜੀ ਜਾਵੇ ਜੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਡਾ ਜੀ, ਉਹ ਬੜੇ ਸੁਖਜਿੰਦਰ ਰੰਧਾਵਾ ਪਿੱਛੇ ਪਏ ਹੋਏ ਨੇ। ਉਹ ਮਾਮਲਾ ਕੀ APS ਦੇ ਹੱਲ ਤੋਂ ਬਾਅਦ ਹੁਣ ਕੀ ਨਵਾਂ ਮਾਮਲਾ ਛਿੜ ਗਿਆ? ਦੇਖੋ ਇਸ ਤਰ੍ਹਾਂ ਹੈ, ਉਹੀ ਕਾਂਗਰਸ ਸਰਕਾਰ, ਉਹੀ ਮੰਤਰੀ ਜਿਨ੍ਹਾਂ ਨੇ ਆਪਣੇ ਮੈਨੀਫੈਸਟੋ 'ਚ ਇਹ ਬੋਲਿਆ ਕਿ ਘਰ ਘਰ ਨੌਕਰੀ ਜੀ,
ਹੁਣ ਲੋਕਾਂ ਨੂੰ ਇਹਦੇ ਵਿੱਚ ਬੜਾ ਹਾਸਾ ਜਿਹਾ ਮਹਿਸੂਸ ਹੋ ਰਿਹਾ ਵੀ ਘਰ ਘਰ ਨੌਕਰੀ ਕਿਹਨਾਂ ਦੀ? ਸਿਰਫ ਮੰਤਰੀਆਂ ਦੇ ਬੱਚਿਆਂ ਦੀ ਜਾਂ ਮੰਤਰੀਆਂ ਦੇ ਜਵਾਈ ਦੀ? ਪਹਿਲਾਂ ਮੰਤਰੀਆਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਗਈ ਸਰਕਾਰ ਨੇ, ਹੁਣ ਮੰਤਰੀ ਸਾਹਿਬ ਤੇ ਜਵਾਈ ਸਾਹਿਬ ਨੂੰ ਐਡੀਸ਼ਨਲ ਏਜੀ ਬਣਾਇਆ ਗਿਆ। ਠੀਕ ਹੈ ਜੀ। ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਸੱਚਾਈ ਵੀ ਹੈਗੀਆਂ, ਭਾਵੇਂ ਉਹਨਾਂ ਨੇ ਇਹ ਕੰਟਰੈਕਟ 31 ਮਾਰਚ ਤੱਕ ਦਾ ਹੀ ਕੀਤਾ ਵੀ 31 ਮਾਰਚ ਤੱਕ ਇਹਨੂੰ ਏਡੀਜੀ ਐਡੀਸ਼ਨਲ ਬਣਾਇਆ ਗਿਆ। ਠੀਕ ਹੈ। ਤੇ ਕਹਿਣ ਦਾ ਭਾਵ ਇਹ ਹੈ ਤੰਜ ਜਿਹੜੇ ਕੱਸੇ ਜਾ ਰਹੇ ਆ ਉਹ ਸੱਚਾਈ ਹੈ, ਔਰ ਇਹਨਾਂ ਨੂੰ ਸਫਾਈ ਤਾਂ ਦੇਣੀ ਪਊਗੀ ਕਿਉਂਕਿ ਦੇਖੋ ਇੱਕ ਪਾਸੇ ਆਪਾਂ ਨੌਕਰੀ ਦੀ ਗੱਲ ਕਰਦੇ ਆ, ਹੁਣ ਤਾਂ ਹੀ ਤਾਂ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਅੱਜ ਦਾ ਜਿਹੜਾ ਫੈਸਲਾ ਹੈ ਇਹ ਇਤਿਹਾਸਿਕ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ ਵੀ ਜਿਵੇਂ ਕਿ ਕਹਿ ਸਕਦੇ ਆ ਕਿ ਮੇ ਵੀ ਪੋਸੀਬਿਲਿਟੀ ਹੈ ਕਿ ਚੰਨੀ ਸਰਕਾਰ ਜਿਹੜੇ ਸੀਐਮ ਸਾਹਿਬ ਨੇ ਸਾਡੇ ਜਿਹੜੇ ਕੱਚੀਆਂ ਨੌਕਰੀਆਂ ਵਾਲਿਆਂ ਨੂੰ ਸ਼ਾਇਦ ਪੱਕਾ ਕਰ ਦੇਣ, ਜੋ ਕਿ ਲੋਕਾਂ ਨੂੰ ਬੜੀ ਉਮੀਦ ਹੈ। ਜਿੱਦਾਂ ਉਹਨਾਂ ਨੇ ਪਹਿਲੇ ਆਪਣੇ ਬਣਦਿਆਂ ਸਾਰ ਆਪਣੇ ਬਿਆਨਾਂ 'ਚ ਕਿਹਾ ਸੀ ਕਿ ਮੈਨੂੰ ਥੋੜਾ ਟਾਈਮ ਦਿਓ। ਥੋੜਾ ਟਾਈਮ ਤਾਂ ਹੁਣ 2 ਮਹੀਨੇ ਦਾ ਹੋ ਗਿਆ। ਹੁਣ ਜਿਵੇਂ ਜਿਵੇਂ ਮੀਟਿੰਗਾਂ ਹੋ ਰਹੀਆਂ ਇਹਨਾਂ ਦੇ ਰੋਜ਼ 1-2 ਚੀਜ਼ਾਂ ਫੈਸਲੇ ਕਰਨ ਦਾ ਟਾਈਮ ਹੀ ਹੈ। ਉਹ ਟਾਈਮ ਦੇ ਦੌਰਾਨ ਹੁਣ ਅਗਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਆਮ ਆਦਮੀ ਪਾਰਟੀ ਦੇ ਚਾਹੇ ਉਹਨਾਂ ਨੇ ਕਿਹਾ ਹੀ ਹੈ ਉਹ ਗੱਲ ਸੱਚਾਈ ਹੈ, ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਬਹੁਤ ਗੌਰ ਕਰਨਾ ਪਊਗਾ ਕਿ ਆਪਾਂ ਪਬਲਿਕ ਦੇ ਪ੍ਰਤੀ ਸਿੰਸੀਅਰ ਕਿੰਨੇ ਕੁ ਆ। ਹੁਣ ਆਪਣੀ ਪ੍ਰੈਸ ਕਾਨਫਰੰਸ ਕੀਤੀ ਮਜੀਠੀਆ ਸਾਹਿਬ ਨੇ, ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਜੋ ਜਵਾਈ ਹੈ ਡਿਪਟੀ ਸੀਐਮ ਦਾ ਤਰਨਬੀਰ ਸਿੰਘ ਲਹਿਲ, ਉਹ ਕੀ ਮੈਰਿਟ ਦੇ ਵਿੱਚ ਆਉਂਦਾ ਸੀ? ਕਿਉਂਕਿ ਮੈਰਿਟ ਦੇ ਵਿੱਚ ਬਹੁਤ ਪੰਜਾਬ ਦੇ ਆਮ ਲੋਕ ਨੇ, ਆਮ ਨੌਜਵਾਨ ਨੇ, ਉਹ ਆਉਂਦੇ ਪਏ ਨੇ, ਫਿਰ ਉਹਨਾਂ ਨੂੰ ਇੰਨਾ ਅਹਿਮੀਅਤ ਕਿਉਂ ਦਿੱਤੀ ਗਈ? ਦੇਖੋ ਮੈਰਿਟ ਵਿੱਚ ਆਉਣ ਦੀ ਗੱਲ ਇਹ ਹੈ, ਨੋ ਡਾਊਟ ਕਿ ਇਜ਼ ਅ ਵੈਰੀ ਕੁਆਲੀਫਾਈਡ ਪਰਸਨ, ਨੋ ਡਾਊਟ, ਐਸੀ ਗੱਲ ਨਹੀਂ ਹੈਗੀ। ਇਸ ਤਰ੍ਹਾਂ ਕੋਈ ਵੀ ਹੈ, ਇਸ ਤਰ੍ਹਾਂ ਕਿਸੇ ਨੂੰ ਐਡੀ ਵੱਡੀ ਕਮਾਂਡਿੰਗ ਨਹੀਂ ਸੌਂਪੀ ਜਾ ਸਕਦੀ। ਇਹ ਸਰਕਾਰਾਂ ਨੇ, ਕਿਉਂਕਿ ਸਰਕਾਰ ਦੇ ਪ੍ਰਤੀ ਸਰਕਾਰ ਦੇ ਵੱਲੋਂ ਜਿਹੜੇ ਕੇਸ ਈਵਨ ਸੁਪਰੀਮ ਕੋਰਟ ਤੱਕ ਰੱਖੇ ਜਾਂਦੇ ਨੇ, ਚਾਹੇ SLP ਹੈ ਚਾਹੇ ਕੁਛ ਹੋਰ ਹੈ, ਉਹ ਸਭ ਤੋਂ ਵੱਡਾ ਰੋਲ ਏਜੀ ਔਰ ਐਡੀਸ਼ਨਲ ਏਜੀ ਦਾ ਹੁੰਦਾ ਹੈ। ਉਹ ਜਿਹੜੀ ਚੀਜ਼ ਹੈ ਬੜੀ ਜ਼ਰੂਰੀ ਹੈ ਵੀ ਉਹ ਕਿੰਨਾ ਲਾਇਕ ਹੈ ਕਿੰਨਾ ਅਨਲਾਇਕ ਹੈ। ਠੀਕ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹ ਇੰਟੈਲੀਜੈਂਟ ਨੇ, ਬਟ ਲੇਕਿਨ ਇਹ ਹੈ ਵੀ ਇਹ ਤਾਂ 100% ਲੋਕਾਂ ਨੂੰ ਸ਼ੋ ਹੋ ਹੀ ਰਿਹਾ ਕਿ ਇਹੀ ਚੀਜ਼ ਕਿਤੇ ਆਮ ਦੂਸਰਾ ਕੋਈ ਇਹਨਾਂ ਤੋਂ ਸੀਨੀਅਰ ਵੀ ਬਣਦੇ ਹੋਣਗੇ, ਇਹਨਾਂ ਤੋਂ ਹੋਰ ਕੁਆਲੀਫਾਈਡ ਵੀ ਹੋਣਗੇ, ਕਿ ਉੱਥੇ ਕੁਝ ਨਾ ਕੁਝ ਸਿਫਾਰਿਸ਼ ਜ਼ਰੂਰ ਯੂਜ਼ ਹੋਈ ਹੈ। ਤੁਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ ਹੈ, ਲਖੀਮਪੁਰ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ ਮਤਲਬ ਸਰਕਾਰ ਨੂੰ ਝਾੜ ਪਾਈ ਹੈ। ਹੁਣ ਤੱਕ ਦਾ ਕੀ ਰਿਹਾ ਵਾ, ਹੁਣ ਤੱਕ ਜੋ ਹੋਇਆ? ਦੇਖੋ ਗੱਲ ਇਹ ਹੈ ਵੀ ਜੋ ਕੁਝ ਉਹ ਮਾਮਲਾ ਹੋਇਆ ਸੀਗਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਬਹੁਤ ਗਲਤ ਹੋਇਆ ਸੀ। ਕਿਸਾਨਾਂ ਨੂੰ ਜਿਹੜੀ ਉੱਥੇ ਬਹੁਤ ਵੱਡੀ ਢਾਹ ਲੱਗੀ ਸੀ ਵੀ ਉਹ ਜਿਹੜਾ ਫੈਸਲਾ ਹੈ ਉਹਨਾਂ ਦੀ, ਈਵਨ ਇੱਥੇ ਤੱਕ ਕਿ ਕਿਸਾਨਾਂ ਨੇ ਤਾਂ ਹੁਣ ਗਾਂ ਜਿਹੜਾ ਆਗਾਮੀ ਪ੍ਰੋਗਰਾਮ ਹੈ ਆਪਣਾ, ਜਿਵੇਂ ਸਾਲ ਹੋਣ ਤੇ ਆ ਗਿਆ 26 ਨਵੰਬਰ ਨੂੰ ਉਹਨਾਂ ਦਾ ਸਾਲ ਫਿਰ ਪੂਰਾ ਹੋ ਰਿਹਾ ਜਨਵਰੀ। ਠੀਕ ਹੈ, 26 ਨਵੰਬਰ ਨੂੰ ਉਹਨਾਂ ਨੇ ਆਪਣੇ ਵੱਲੋਂ ਇਹ ਐਲਾਨ ਕਰਤਾ ਕਿ ਪਾਰਲੀਮੈਂਟ 'ਚ ਜਾਂ ਅਸੀਂ ਆਪਣਾ ਪ੍ਰਾਈਮ ਮਿਨਿਸਟਰ ਦੇ ਦਰਵਾਜ਼ੇ ਤੇ ਜਾ ਕੇ ਸਾਨੂੰ ਚਾਹੇ ਬੈਠਣਾ ਪਵੇ, ਅਸੀਂ ਇਹ ਜਿਹੜਾ ਕੰਮ ਹੈ ਕਾਲੇ ਕਾਨੂੰਨਾਂ ਦਾ ਵੀ ਕੰਮ ਖਤਮ ਕਰਾਂਗੇ। ਪਲੱਸ ਜਿਹੜਾ ਲਖੀਮਪੁਰ ਦਾ ਮਾਮਲਾ ਹੈਗਾ ਇਹਦੇ ਵਿੱਚ ਥੋੜੀ ਹੋ ਸਕਦਾ ਸਪੀਡ ਬਹੁਤ ਜ਼ਬਰਦਸਤ ਆ ਜਾਏ ਜੋ ਲੱਗ ਰਿਹਾ। ਠੀਕ ਹੈ, ਪੰਜਾਬ ਦੇ ਵਿੱਚ ਜਿਹੜਾ ਮੇਨ ਮੁੱਦਾ ਚੱਲਦਾ ਪਿਆ ਇਸ ਵੇਲੇ ਸਰਕਾਰਾਂ ਦਾ ਮੁੱਦਾ ਚੱਲਦਾ ਪਿਆ, ਇਹ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਆਪਾਂ ਗੱਲ ਕਰ ਚੁੱਕੇ ਹਾਂ। ਸ਼੍ਰੋਮਣੀ ਅਕਾਲੀ ਦਲ ਕਿਵੇਂ ਲੱਗਦਾ ਹੈ? ਧਾਰਮਿਕ ਯਾਤਰਾਵਾਂ ਕਰਨ ਲੱਗ ਪਈ ਹੈ, ਰਾਜਸਥਾਨ ਗਏ ਅੱਜ ਸਾਰੇ, ਬੱਸ ਭਰ ਕੇ ਗਈ ਆ, ਪੁਰਾਣੇ ਮੰਤਰੀਆਂ ਦੀ ਨਾਲ ਆਪ ਸੀਗੇ, ਪ੍ਰਧਾਨ ਸਾਹਿਬ ਆਪ, ਸੁਖਬੀਰ ਬਾਦਲ ਆਪ ਸੀਗੇ, ਕਿੱਥੇ ਖੜੀ ਲੱਗਦੀ ਹੈ? ਦੇਖੋ ਗੱਲ ਇਹ ਹੈ, ਹੁਣ ਘੁੰਮ ਕੇ ਗੱਲ ਫਿਰ ਆ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਟਾਈਮ ਆਪਣੀ ਪਾਰਟੀ ਜਿਨ੍ਹਾਂ ਨੇ ਬਣਾ ਲਈ ਹੈ, ਉਹਨਾਂ ਦੀ, ਜਿਵੇਂ ਕਿ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਪੁਰਾਣੇ ਬੀਤੇ ਦਿਨਾਂ ਦੀ ਗੱਲ ਮੈਂ ਤੁਹਾਨੂੰ ਇੱਕ ਯਾਦ ਕਰਾਉਣਾ ਕਿ 2012 ਦੇ ਵਿੱਚ ਜਦੋਂ ਪੀਪੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਆਪਣੀ ਇੱਕ ਪਾਰਟੀ ਬਣਾਈ ਸੀ, ਚਾਹੇ ਉਹਨਾਂ ਨੂੰ ਇੱਕ ਸੀਟ ਵੀ ਨਹੀਂ ਮਿਲੀ ਸੀ ਪਰ 5% ਵੋਟ ਜ਼ਰੂਰ ਲੈ ਗਏ ਸੀ ਉਹ। ਸਰਕਾਰ ਨੂੰ ਢਾਹ ਲਾਤੀ ਸੀ ਉਹਨਾਂ ਨੇ। ਸਰਕਾਰ ਨੂੰ ਢਾਹ ਲਾਉਣ ਦਾ ਮਤਲਬ ਇਹ ਹੈ ਕਿ ਕਾਂਗਰਸ ਸਰਕਾਰ ਨੂੰ ਇੱਕ ਵਾਰੀ ਪੁੱਠੇ ਪਾਤਾ ਸੀਗਾ। ਮੇਨ ਗੱਲ ਇਹੀ ਹੈ ਕਿ ਅੱਜ ਜੇ ਆਪਾਂ ਕੈਪਟਨ ਸਾਹਿਬ ਦੀ ਵੀ ਗੱਲ ਕਰੀਏ ਕਿ ਕੈਪਟਨ ਸਾਹਿਬ ਵੀ ਐਵੇਂ ਹੀ ਬੈਠਣਗੇ ਨਹੀਂ, ਔਰ ਇਹਦਾ ਬੈਨੀਫਿਟ ਜਿਹੜਾ ਹੈ 101% ਸੁਖਬੀਰ ਬਾਦਲ ਜੀ ਨੂੰ ਜਾਊਗਾ। ਉਹਦਾ ਕਾਰਨ ਇਹ ਹੈ ਕਿ ਜਿਵੇਂ ਕੁਝ ਲੋਕਾਂ ਦਾ ਕਹਿਣਾ ਹੈ ਜਾਂ ਆਪਸੀ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਖਿੱਚਣ ਦਾ ਜਿਵੇਂ ਆਮ ਪਬਲਿਕਲੀ ਜਾਂ ਪੋਲੀਟੀਕਲ ਬੰਦਿਆਂ ਦਾ ਕੰਮ ਹੈ, ਜਾਂ ਨੇਤਾ ਵੀ ਇੱਕ ਦੂਜੇ ਦੇ ਕਹਿੰਦੇ ਕਿ ਭਾਈ ਗੱਲ ਇਹ ਆ ਵੀ ਅੰਦਰੋਂ ਮਿਲੇ ਹੋਏ ਨੇ, ਇਹ ਘਿਓ ਖਿਚੜੀ ਨੇ, ਇਹ ਘਿਓ ਖਿਚੜੀ ਦਾ ਵੀ ਜਿਹੜਾ ਟਾਈਮ ਹੈ ਹੁਣ ਅੱਗੋਂ ਪਤਾ ਲੱਗਣਾ ਵੀ ਹੁਣ ਕਿੰਨੀ ਕੁ ਘਿਓ ਖਿਚੜੀ ਨੇ। ਮੇਨ ਜਿਹੜੀ ਗੱਲ ਕਹਿਣ ਵਾਲੀ ਇਹੀ ਹੈ ਵੀ ਦੇਖੋ ਟਾਈਮ ਜਿਹੜਾ ਹੈ ਇਸ ਟਾਈਮ ਇਲੈਕਸ਼ਨਾਂ ਦਾ ਦੌਰ ਕੈਂਪੇਨ ਦਾ ਸਟਾਰਟ ਹੋ ਚੁੱਕਿਆ ਹੈ। ਸੁਖਬੀਰ ਬਾਦਲ ਜੀ ਨੇ ਪਹਿਲਾਂ ਵੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ 100 ਦਿਨ ਦੀ, ਠੀਕ ਹੈ। ਹੁਣ ਜਿਵੇਂ ਤੁਸੀਂ ਦੱਸਿਆ ਵੀ ਇਹ ਯਾਤਰਾ ਧਾਰਮਿਕ ਯਾਤਰਾ ਤੇ ਗਏ, ਇਹ ਸਿਰਫ ਇੱਕ ਕੀ ਹੈ ਕਿ ਲੋਕਾਂ ਦੀ ਅਟਰੈਕਸ਼ਨ ਆਪਣੇ ਵੱਲ ਖਿੱਚਣ ਵਾਲੀ ਗੱਲ ਹੈ ਵੀ ਅੱਜ ਕੀ ਹੋ ਰਿਹਾ। ਦੂਜੇ ਪਾਸੇ ਜਿਵੇਂ ਕਿ ਹੁਣ ਵਿਕਰਮ ਮਜੀਠੀਆ ਦੀ ਤੁਸੀਂ ਗੱਲ ਕੀਤੀ ਹੈ ਕਿ
ਪਹਿਲਾਂ ਕਹਿ ਰਹੇ ਸੀ ਕਿ ਸੈਂਟਰ ਸਰਕਾਰ ਨੇ ਡੀਜ਼ਲ ਜਿਹੜਾ ਹੈਗਾ ਉਹ 10-10 ਰੁਪਏ ਘੱਟ ਕਰਤਾ, ਔਰ ਨਾਲ ਦੀ ਨਾਲ ਹੁਣ ਆਪਾਂ ਨੂੰ ਕਿਹੜਾ ਪਤਾ ਨਹੀਂ ਕਿਤੇ ਵੀ ਸੈਂਟਰ ਸਰਕਾਰ ਨੇ ਡੀਜ਼ਲ ਕਿਉਂ ਘੱਟ ਕਰਤਾ, ਪੈਟਰੋਲ ਡੀਜ਼ਲ ਦੇ ਉੱਤੇ ਕਿਉਂ ਘੱਟ 10 ਰੁਪਏ ਕਟੌਤੀ ਕਿਉਂ ਕੀਤੀ। ਪਿਛਲੇ ਦਿਨੀ ਜੀਵਨੀ ਦੀ ਤੁਸੀਂ ਚੋਣਾਂ ਦੇਖੀਆਂ, ਉਹ ਇਹਨਾਂ ਨੂੰ ਕਿੰਨੀ ਢਾਹ ਲੱਗੀ ਹੈ, ਕਿੰਨਾ ਇਹਨਾਂ ਦੇ ਉੱਤੇ ਉਹਦਾ ਅਸਰ ਹੋਇਆ। ਨਾਲੇ ਆਉਣ ਵਾਲੇ 22 ਦੀਆਂ ਇਲੈਕਸ਼ਨਾਂ 'ਚ 5 ਸਟੇਟਾਂ ਦੀਆਂ ਇਲੈਕਸ਼ਨਾਂ ਆ ਰਹੀਆਂ, ਨੈਚੁਰਲੀ ਗੱਲ ਹੈ, ਇਹ ਉਹ ਵੀ ਲੋਲੀਪੌਪ ਹੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਬੜਾ ਵੱਡਾ ਖੇਲ ਖੇਲਿਆ, ਜਿਹਦੇ ਵਿੱਚ ਕੀ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜੀਆਂ ਆਪਣੀਆਂ ਸਟੇਟਾਂ ਸੀ, ਆਪਣੀਆਂ ਸਟੇਟਾਂ ਨੂੰ ਵੀ ਆਰਡਰ ਕਰ ਦਿੱਤਾ ਕਿ ਤੁਸੀਂ ਉੱਥੇ ਦੇ GST ਆਪਣੇ ਵੈਟ ਘੱਟ ਕਰੋ, ਤਾਂ ਕਿ ਪਬਲਿਕਲੀ ਲੋਕਾਂ ਨੂੰ ਇਹਦਾ ਪ੍ਰੋਫਿਟ ਹੋਵੇ। ਦੇਖੋ, ਲੋਕ ਸਭਾ ਤੇ ਵਿਧਾਨ ਸਭਾ 'ਚ ਫਰਕ ਆ। ਲੋਕ ਸਭਾ ਨੂੰ 2 ਸਾਲ ਹਜੇ ਪਏ ਆ, ਵਿਧਾਨ ਸਭਾ ਸਿਰ ਤੇ ਆ ਗਈਆਂ। ਜੇ ਹੁਣ ਪੰਜਾਬ ਸਰਕਾਰ ਕਾਂਗਰਸ 'ਚ ਹੈਗੀ ਆ, ਬਾਕੀ ਕਾਂਗਰਸ ਸਟੇਟਾਂ ਹੈਗੀਆਂ ਕਈ, ਉਹਨਾਂ ਨੇ ਵੈਟ ਘਟਾ ਦਿੱਤੇ ਆ, ਰੈਵਨਿਊ ਫੇਰ ਉਹੀ ਫਰਕ ਪੈਣਾ ਵਾ। ਪਰ ਜਿਹੜੀ ਸੈਂਟਰ ਸਰਕਾਰ ਆ ਉਹਨਾਂ ਨੂੰ ਬਹੁਤਾ ਫਰਕ ਨਹੀਂ ਪੈਣਾ, ਕਿਉਂਕਿ ਉਹ ਆਪ ਸੱਤਾ ਦੇ ਵਿੱਚ ਹੈਗੀ ਆ। ਕੀ ਇਹ ਕੋਈ ਸਾਜ਼ਿਸ਼ ਵੀ ਬਣਦੇ ਹੋ? ਦੇਖੋ, ਗੱਲ ਇਹ ਹੈ, ਇਹ ਸਾਜ਼ਿਸ਼ ਇਸ ਤਰ੍ਹਾਂ ਹੈ, ਜਿਵੇਂ ਕਿ ਪੰਜਾਬ ਸਰਕਾਰ ਨੇ ਜਿਵੇਂ ਕਹਿੰਦਾ ਦੇਖੇ ਦੇਖੀ ਜਾਂ ਖਰਬੂਜੇ ਨੂੰ ਦੇਖ ਕੇ ਰੰਗ ਬਦਲ ਗਿਆ, ਜੇ ਨਾ ਕਰਨ ਤਾਂ ਮਰਦੇ, ਤਾਂ ਮਰਦੇ। ਉਹਦਾ ਕਾਰਨ ਹੈ ਕਿ ਬੀਜੇਪੀ ਨੇ ਆਪਣਾ ਪੱਤਾ ਖੇਲਿਆ, ਸੈਂਟਰ ਸਰਕਾਰ ਨੇ ਆਪਣੇ ਵੱਲੋਂ 10-10 ਰੁਪਏ ਐਕਸਾਈਜ਼ ਘਟਾਤੀ। ਜਿਵੇਂ ਆਪਾਂ ਗੱਲ ਕਰ ਰਹੇ ਵੀ ਐਕਸਾਈਜ਼ ਵਿੱਚ ਕੋਈ ਬਹੁਤਾ ਫਰਕ ਨਹੀਂ ਉਹਨਾਂ ਨੂੰ ਪੈਣਾ, ਲੱਖਾਂ ਕਰੋੜਾਂ ਰੁਪਏ ਐਕਸਾਈਜ਼ ਆਉਂਦੀ ਹੈ। 1 ਮਹੀਨੇ ਦਾ GST ਪੰਜਾਬ ਸਰਕਾਰ ਨੂੰ ਨਹੀਂ, ਸੈਂਟਰ ਸਰਕਾਰ ਨੂੰ 1.5 ਲੱਖ ਕਰੋੜ ਰੁਪਏ ਤੋਂ ਉੱਤੇ ਆਉਂਦਾ 1 ਮਹੀਨੇ ਦਾ। ਤੇ ਉਹਦੇ ਨਾਲ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜੇ 10-10 ਰੁਪਏ ਇਹਨਾਂ ਨੇ ਉੱਥੇ ਸੈਂਟਰਲ ਐਕਸਾਈਜ਼ ਘਟਾ ਵੀ ਦਿੱਤੀ, ਤੇ ਜਿੱਥੇ ਜਿੱਥੇ ਇਹਨਾਂ ਦੀਆਂ ਸਟੇਟਾਂ ਸੀ ਉਹਨਾਂ ਨੂੰ ਆਰਡਰ ਵੀ ਕਰ ਦਿੱਤੇ ਕਿ ਚਾਹੇ ਉਹ ਸਟੇਟ ਈਵਨ ਇੱਥੇ ਤੱਕ ਕਿ ਹਿਮਾਚਲ ਦੀ ਹੋਵੇ ਜਾਂ ਉੱਤਰਾਖੰਡ ਦੀ ਹੋਵੇ, ਜਿਹੜੀ ਸਟੇਟਾਂ 'ਚ, ਬਾਕੀ ਸਟੇਟਾਂ 'ਚ ਕਹਿਤਾ ਜੀ ਆਪਣੇ ਆਪਣੇ ਤੇ ਥੋੜਾ ਵੈਟ GST ਘੱਟ ਕਰ ਦਿਓ ਤੁਸੀਂ, ਤੇ ਉਹਦੇ ਨਾਲ ਉਹ ਹੁਣ ਉਹ ਦੇਖਾ ਦੇਖੀ ਜਿੱਥੇ ਸਰਕਾਰਾਂ ਆਉਣ ਵਾਲੀਆਂ 5 ਜਿਹੜੀਆਂ 22 ਦੀਆਂ ਇਲੈਕਸ਼ਨ ਹੈ, 5 ਸਟੇਟਾਂ ਦੀਆਂ ਇਲੈਕਸ਼ਨ ਹੈ, ਹੁਣ ਮੱਲੋ ਮੱਲੀ ਜਿਵੇਂ ਕਹਿ ਲਓ ਵੀ ਦਿਖਾਵਾ ਦੇਣ ਖਾਤਰ ਉਹ ਕਰਨਾ ਹੀ ਪੈਣਾ ਸੀ। ਇਹ ਪੱਤਾ ਹੀ ਖੇਲਿਆ ਉਹਨਾਂ ਨੇ, ਇਹ ਦਿਖਦਾ ਪਿਆ ਲੋਕਾਂ ਨੂੰ, ਪਬਲਿਕ ਨੂੰ। ਹੁਣ ਦੇਖੋ, ਗੱਲ ਇਹ ਹੈ ਕਲੇਰ ਸਾਹਿਬ, ਤੁਸੀਂ ਬੀਤੇ 2 ਮਹੀਨੇ ਦਾ ਬੈਕ ਟਾਊਨ ਚਲ ਜਾਓ, ਜਿਹੜਾ 100 ਰੁਪਏ ਸੈਂਕੜਾ ਪਾਰ ਹੋਇਆ ਸੀਗਾ ਡੀਜ਼ਲ ਪੈਟਰੋਲ ਤੇ, ਇਹ 80-81 ਰੁਪਏ ਤੇ ਅਸੀਂ ਹੁਣ ਵੀ ਭਾਅ 85 ਰੁਪਏ ਪਹੁੰਚਿਆ। ਘਟਾਉਣ ਤੋਂ ਬਾਅਦ ਵੀ ਡੀਜ਼ਲ ਪੈਟਰੋਲ ਜਿਹੜਾ ਡੀਜ਼ਲ ਹੈ 85 ਰੁਪਏ ਔਰ ਉਹ 95 ਰੁਪਏ ਦੇ ਕਰੀਬ ਹਰ ਇੱਕ ਸਟੇਟਾਂ ਦਾ ਥੋੜਾ ਥੋੜਾ ਫਰਕ ਹੁੰਦਾ, ਟੈਕਸਾਂ ਦੇ ਕਰਕੇ ਜ਼ਰੂਰ ਥੋੜਾ ਡਿਫਰੈਂਸ ਹੁੰਦਾ। ਤਾਂ ਵੀ ਹਜੇ ਜੇ ਆਪਾਂ ਕਹੀਏ ਕੋਈ ਬਹੁਤ ਜ਼ਿਆਦਾ ਫਰਕ ਪਿਆ, ਨਹੀਂ ਫਰਕ ਪਿਆ। ਨਾਲ ਦੀ ਨਾਲ ਜਿਵੇਂ ਅਕਾਲੀ ਦਲ ਨੇ ਵੀ ਕਹਿਤਾ ਕਿ ਡੀਜ਼ਲ ਦਾ ਭਾਅ ਪੰਜਾਬ ਸਰਕਾਰ ਨੇ 5 ਰੁਪਏ ਘਟਾਇਆ ਜੀ, ਇਹ ਵੀ ਪੈਟਰੋਲ ਦੇ ਹਿਸਾਬ ਨਾਲ 10 ਰੁਪਏ ਘਟਣਾ ਚਾਹੀਦਾ ਸੀ ਜੀ। ਉਹ ਕਹਿੰਦੇ ਆ ਵੀ ਕਿਸਾਨਾਂ ਦੀ ਸੋਚੀ ਨੇ, ਜਿਹੜੇ ਵਪਾਰੀ ਵਰਗ ਸੋਚੀ ਨੇ ਉਹਨਾਂ ਦੀ। ਬਿਲਕੁਲ ਸਹੀ ਗੱਲ ਹੈ। ਦੇਖੋ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕਾਂਗਰਸ ਜਿਹੜੀ ਹੈ ਹੁਣ ਲਾਸਟ ਮੂਮੈਂਟ ਤੇ ਆ ਕੇ ਜਿਵੇਂ ਕਹਿੰਦੇ ਵੀ ਕੁੰਭ ਕਰਨ ਦੀ ਨੀਂਦ ਉੱਠੇ ਹੈ, ਉਹਦਾ ਕਾਰਨ ਇਹੀ ਹੈ ਕਿ ਜਦੋਂ 2 ਮਹੀਨੇ ਰਹਿ ਗਏ, ਉਸ 2 ਮਹੀਨੇ ਦੇ ਦੌਰਾਨ ਤੁਸੀਂ ਵਪਾਰੀਆਂ ਦੀ ਅੱਜ ਵੀ ਤੁਹਾਨੂੰ ਫਿਕਰ ਨਹੀਂ। ਪਿਛਲੇ ਦਿਨੀ ਸਮਿਟ ਇੱਥੇ ਹੋਈਆਂ ਸੀ ਲੋਕਲ ਲੁਧਿਆਣੇ ਦੇ ਵਿੱਚ, ਤੁਸੀਂ ਵੀ ਉੱਥੇ ਕਵਰੇਜ ਕੀਤੀ ਸੀ, ਬਹੁਤ ਸ਼ਾਨਦਾਰ ਚੰਨੀ ਸਾਹਿਬ ਦੀ ਕਵਰੇਜ ਕੀਤੀ ਹੈ, ਔਰ ਉਹ ਬੜੀ ਲੋਕਾਂ ਨੇ ਵੀ ਬੜਾ ਸਾਨੂੰ ਉਹਦਾ ਮਾਣ ਜਿੱਤ ਦਿੱਤਾ ਬਹੁਤ ਜ਼ਿਆਦਾ। ਉਸ ਲੋਕਾਂ ਦਾ ਅਸੀਂ ਥੈਂਕਸ ਵੀ ਕਰਦੇ ਹਾਂ ਉਸ ਗੱਲ ਤੇ। ਲੇਕਿਨ ਮੇਨ ਜਿਹੜੀ ਚੀਜ਼ ਹੈ ਕਿ ਉਹਦੇ ਵਿੱਚ ਵੀ ਸਰਕਾਰਾਂ ਨੇ ਜਿਹੜੀਆਂ ਥੋੜੀਆਂ ਬਹੁਤੀਆਂ ਰਾਇਤਾਂ ਵਪਾਰੀਆਂ ਨੂੰ ਦਿੱਤੀਆਂ, ਬਿਜਲੀ ਦਾ ਹਜੇ ਵੀ ਪੁਆਇੰਟ ਉੱਥੇ ਹੀ ਖੜਾ। ਜਿਵੇਂ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ 5 ਰੁਪਏ ਬਿਜਲੀ ਅਸੀਂ ਕਰਾਂਗੇ ਇੰਡਸਟਰੀ ਨੂੰ ਬਿਜਲੀ ਅੱਜ ਵੀ 5 ਰੁਪਏ ਨਹੀਂ ਹੈਗੀ। ਮੈਂ ਇਹਦੇ ਵਿੱਚ ਅੱਜ ਵੀ ਕਹਿ ਸਕਦਾ ਹਾਂ, ਜਿਹੜੇ ਇੰਡਸਟਰੀਲਿਸਟਾਂ ਦੀਆਂ ਇੰਡਸਟਰੀਆਂ ਬੰਦ ਪਈਆਂ ਨੇ, ਕੁਝ ਇਹੋ ਜਿਹੇ ਕਗਾਰ ਤੇ ਖੜੀਆਂ ਨੇ, ਨਾ ਤਾਂ ਉਹਨਾਂ ਨੂੰ ਕੋਈ ਵੈਟ ਵੱਲੋਂ GST ਵੱਲੋਂ ਰਾਇਤ ਹੈ, ਨਾ ਉਹਨਾਂ ਨੂੰ ਕੋਈ ਇਨਕਮ ਟੈਕਸ ਦੀ ਕੋਈ ਬੈਨੀਫਿਟ ਹੈਗੇ ਨੇ, ਨਾ ਕੋਈ ਉਹਨਾਂ ਨੂੰ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲੀਜ਼ ਦੇ ਉੱਤੇ ਕੋਈ ਵਧੀਆ ਬੈਨੀਫਿਟ ਦਿੱਤੇ ਜਾਣ ਜਾਂ ਬਿਜਲੀ ਦੇ ਉੱਤੇ ਬਹੁਤ ਜ਼ਿਆਦਾ ਬੈਨੀਫਿਟ ਦਿੱਤੇ ਜਾਣ। ਇਹ ਜੋ ਕੋਈ ਬੈਨੀਫਿਟ ਨਹੀਂ ਹੈਗੇ। ਲੇਕਿਨ ਹੁਣ ਜੇ 2 ਮਹੀਨੇ ਆ ਮਹੀਨਾ 1.5 ਮਹੀਨਾ ਰਹਿ ਗਿਆ, ਇਹਦੇ ਵਿੱਚ ਵੀ ਕੁਝ ਦਿਖਾ ਦਿੰਦੇ ਆ, ਸ਼ਾਇਦ ਵਪਾਰੀਆਂ ਦਾ ਰੁੱਖ ਬਦਲ ਜਾਵੇ। ਥੋੜੇ ਦਿਨੀ ਤੁਸੀਂ ਦੇਖਿਆ 2-4 ਦਿਨਾਂ ਤੋਂ ਸਾਡੇ ਪੱਤਰਕਾਰਾਂ ਨੇ ਵੀ ਇੱਥੇ ਰੀਸੈਂਟਲੀ ਗਿੱਲ ਰੋਡ ਦੇ ਉੱਤੇ ਯੂਨਾਈਟਿਡ ਵਾਲਿਆਂ ਦੀ ਕੱਲ ਕਾਨਫਰੰਸ 5 ਦਿਨ ਤੋਂ ਲਗਾਤਾਰ ਇੱਥੇ ਭੁੱਖ ਹੜਤਾਲ ਜਾਰੀ ਹੈ ਉਹਨਾਂ ਦੀ। ਉਹਨਾਂ ਦਾ ਰੋਜ਼ 10 ਮਿੰਟ ਦਾ ਧਰਨਾ ਹੁੰਦਾ ਉਹਨਾਂ ਦਾ, ਉਹਦੇ 'ਚ ਸਾਰਾ ਵਪਾਰੀ ਵਰਗ ਹੈ। ਉਹ ਵਪਾਰੀ ਵਰਗਾਂ ਨੇ ਜਿਹੜੇ ਕਿਸਾਨਾਂ ਆਪਣਾ ਸਰਕਾਰ ਦੇ ਜਿਹੜੀਆਂ ਕੰਨਾਂ ਦੇ ਵਿੱਚ ਜਿਹੜੀ ਹਜੇ ਤੱਕ ਜੂੰ ਨਹੀਂ ਸਰਕੀ, ਔਰ ਉਹਨਾਂ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਕਿਹਾ ਵੀ ਜੇ ਤੁਸੀਂ ਇਹਦਾ ਰੁੱਖ ਸਾਡਾ ਆਪਣੇ ਵੱਲ ਨਹੀਂ ਬਦਲਿਆ ਕਿ ਸਾਡੀ ਜਿਹੜੀ ਸਟੀਲ ਦੀ ਇੱਥੇ ਇੰਡਸਟਰੀ ਹੈ ਬਿਲਕੁਲ ਡੁੱਬੀ ਜਾ ਰਹੀ ਹੈ, ਔਰ ਸਾਡੇ ਜਿਹੜੇ ਕੰਮ ਕਰਨ ਵਾਲੇ ਲੇਬਰ ਹੈ ਉਹ ਖਤਮ ਹੋਇਆ ਜਾ ਰਿਹਾ ਕੰਮ ਬਿਲਕੁਲ। ਕਿੱਥੇ ਲੇਬਰ 50 ਰੁਪਏ 55 ਰੁਪਏ 45 ਰੁਪਏ ਸਟੀਲ ਦਾ ਭਾਅ, ਕਿੱਥੇ 70 ਰੁਪਏ ਭਾਅ। ਦੇਖਿਆ ਜਾਵੇ ਤਾਂ ਕੰਮ ਖਤਮ ਹੋ ਰਿਹਾ ਹੈ।
ਜੇ ਸਰਕਾਰ ਇਹਨੂੰ ਆਪਣੀ ਨਹੀਂ ਧਿਆਨ ਦੇਗੀ ਤਾਂ ਨੈਚੁਰਲੀ ਗੱਲ ਫਰਕ ਤਾਂ ਪਏਗਾ ਹੀ ਪਏਗਾ ਜੀ ਜੀ। ਸੋ ਦੈਟ ਇਹ ਚੀਜ਼ਾਂ ਵਪਾਰੀ ਦੀ ਤੁਸੀਂ ਗੱਲ ਕੀਤੀ ਹੈ, ਵਪਾਰੀ ਵਰਗ ਨੂੰ ਜਿਹੜੇ ਦਿੱਲੀ ਦੇ ਸੁਪਰੀਮੋ ਆ ਅਰਵਿੰਦ ਕੇਜਰੀਵਾਲ ਬੜਾ ਚਾਹ ਕੇ ਲੈਂਦੇ ਆ, ਪੰਜਾਬ ਦੇ ਵਿੱਚ ਆਏ ਵਪਾਰੀਆਂ ਨਾਲ ਪੱਕਾ ਮੀਟਿੰਗ ਕਰਦੇ ਆ, 2 ਵਾਰ ਆ ਚੁੱਕੇ ਨੇ, ਤੀਸਰੀ ਵਾਰ ਹੁਣ ਸੁਣਿਆ ਕਿ ਮੋਗੇ ਦੇ ਵਿੱਚ ਆ ਰਹੇ ਨੇ। ਕੀ ਮੰਨਦੇ ਹੋ ਕਿ ਪਹਿਲਾਂ ਕੀ ਐਲਾਨ ਕਰ ਦਿੱਤੇ, ਹੁਣ ਕੀ ਕਰ ਸਕਦੇ ਆ? ਦੇਖੋ ਪਹਿਲਾਂ ਇਹ ਗੱਲ ਕਿਹਾ ਜਾ ਸਕਦਾ ਹੈ ਜਿਵੇਂ ਜਿਵੇਂ ਐਲਾਨ ਕਰ ਰਹੇ ਨੇ, ਦੇਖਾ ਦੇਖੀ ਜਿਹੜੀਆਂ ਗੱਲਾਂ ਕੁਝ ਟਾਈਮ ਪਹਿਲਾਂ ਨਵਜੋਤ ਸਿੰਘ ਸਿੱਧੂ ਜੀ ਨੇ ਕਹੀਆਂ ਸੀ ਕਿ ਜਦੋਂ ਕਿ ਮੰਨ ਲਓ ਕਿ ਮੇਰੀ ਸਰਕਾਰ ਜਾਂ ਮੈਂ ਚੀਫ ਮਿਨਿਸਟਰ ਬਣੂੰਗਾ ਤੇ ਮੈਂ ਬਿਜਲੀ 3 ਰੁਪਏ ਕਰ ਦਾਂਗਾ। 3 ਰੁਪਏ ਤਾਂ ਚਲੋ ਨਹੀਂ ਕੀਤੀ ਪੰਜਾਬ ਸਰਕਾਰ ਨੇ, 3 ਰੁਪਏ ਯੂਨਿਟ ਘਟਾਤਾ। ਦੂਸਰੀ ਗੱਲ, ਉਹੀ ਇੱਕ ਬਿਆਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਹਾ ਕਿ ਪਹਿਲਾ ਜਿਹੜਾ ਉਹਨਾਂ ਦਾ ਸੀਗਾ ਪੁਆਇੰਟ ਉਹ ਇਹੀ ਸੀ ਕਿ ਬਿਜਲੀ ਦੇ ਉੱਤੇ ਕਿ ਮੇਰੀ ਸਰਕਾਰ ਆਊਗੀ ਤੇ ਮੈਂ ਬਿਜਲੀ ਘੱਟ ਕਰੂੰਗਾ। ਦੂਜੇ ਪਾਸੇ ਜਦੋਂ ਦੁਬਾਰਾ ਆਏ ਦੂਜੇ ਗੇੜੇ ਉਹਨਾਂ ਨੇ ਸਿਹਤ ਦੇ ਉੱਤੇ ਆਪਣਾ ਹੈਲਥ ਡਿਪਾਰਟਮੈਂਟਾਂ ਨੂੰ ਕਿਹਾ ਕਿ ਭਾਈ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ, ਹੈਲਥ ਦੇ ਬੈਨੀਫਿਟ ਦਵਾਂਗੇ। ਹੁਣ ਆਉਣ ਵਾਲਾ ਟਾਈਮ ਜਿਹੜਾ ਕੱਲ ਦੇਖਣ ਨੂੰ ਲੋਕਾਂ ਦਾ ਇੱਕ ਗੈਸ ਕੀਤਾ ਜਾ ਰਿਹਾ ਕਿ ਜਿਵੇਂ ਮੋਗਾ ਆ ਰਹੇ ਨੇ, ਸ਼ਾਇਦ ਸੁਪਰੀਮੋ ਜਿਹੜੇ ਨੇ ਕੇਜਰੀਵਾਲ ਜੀ ਕਿ ਹੋ ਸਕਦਾ ਹੈ ਸੀਐਮ ਦਾ ਚਿਹਰਾ ਹੀ ਅਨਾਉਂਸ ਕਰ ਜਾਣ। ਇੱਕ ਬੜਾ ਵੱਡੇ ਲੰਬੇ ਤੋਂ ਲੋਕਾਂ ਦੀ ਵੇਟ ਆ, ਭਗਵੰਤ ਮਾਨ ਦੀ ਵੇਟ ਆ, ਪਰ ਉਹਨਾਂ ਨੇ ਕਹੀ ਸਿੱਖ ਚਿਹਰੇ ਦੀ ਗੱਲ ਕੀਤੀ। ਜੇ ਸਿੱਖ ਚਿਹਰਾ ਲਾਉਣਾ ਹੁੰਦਾ ਤਾਂ ਭਗਵੰਤ ਮਾਨ ਨੂੰ ਲਾ ਦਿੰਦੇ। ਦੇਖੋ ਗੱਲ ਇਹ ਹੈ, ਪਿਛਲੀ ਦਿਨੀ ਤੁਸੀਂ ਸੁਣਨ ਚ ਆਇਆ ਸੀਗਾ ਕਿ ਲੋਕ ਸਰਕਾਰਾਂ ਦੇ ਵਿੱਚ ਆਉਣ ਤੋਂ ਪਹਿਲਾਂ ਕੁਝ ਸਟੇਟਮੈਂਟਾਂ ਕੁਝ ਹੋਰ ਹੁੰਦੀਆਂ ਨੇ, ਸਰਕਾਰ ਤੋਂ ਵਿੱਚ ਜਦੋਂ ਆ ਜਾਂਦੇ ਨੇ ਉਦੋਂ ਸਟੇਟਮੈਂਟਾਂ ਕੁਝ ਹੋਰ ਹੁੰਦੀਆਂ ਨੇ ਜੀ। ਪਿਛਲੇ ਦਿਨੀ ਤੁਸੀਂ ਸੁਣਿਆ ਹੋਵੇਗਾ ਸੋਨੂ ਸੂਦ ਦੀ ਇੱਕ ਸਟੇਟਮੈਂਟ ਆਈ ਸੀ, ਉਹਦੇ ਵਿੱਚ ਐਦਾਂ ਜਾਪ ਰਿਹਾ ਕਿ ਜਿਵੇਂ ਸ਼ਾਇਦ ਉਹਨਾਂ ਨੂੰ ਇਹਦੇ ਵਿੱਚ ਲੈ ਕੇ ਕੋਈ ਚਿਹਰਾ ਘੋਸ਼ਿਤ ਕਰਨ, ਪਰ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਇਹ ਵੀ ਗੱਲ ਕੀਤੀ ਕਿ ਲੋਕਾਂ ਨੂੰ ਇੰਨਾ ਕੁ ਸਿਆਣਾ ਹੁਣ ਬਣ ਜਾਣਾ ਚਾਹੀਦਾ ਕਿ ਜਦੋਂ ਇਹੋ ਜਿਹੇ ਮੈਨੀਫੈਸਟੋ ਤਿਆਰ ਹੁੰਦੇ ਆ ਸਰਕਾਰਾਂ ਕੋਲੋਂ ਲੋਕਾਂ ਨੂੰ ਐਗਰੀਮੈਂਟ ਕਰਾ ਕੇ ਪਲੱਸ ਆਪਣਾ ਰਿਜ਼ਾਈਨ ਦਾ ਨਾਲ ਨੱਥੀ ਕਰਾ ਕੇ ਮੈਨੀਫੈਸਟੋ ਦੇ ਨਾਲ ਲੋਕਾਂ ਕੋਲੋਂ ਲੈਣਾ ਚਾਹੀਦਾ ਕਿ ਜੇ ਮੈਂ ਇਹ ਮੈਨੀਫੈਸਟੋ ਦੇ ਮੁਤਾਬਕ ਇਹ ਸਾਰੇ ਪੂਰੀਆਂ ਚੀਜ਼ਾਂ ਨਹੀਂ ਕਰੂੰਗਾ ਤੇ ਨਾਲ ਦੀ ਨਾਲ ਅਸਤੀਫਾ ਆਪਣਾ ਮੈਂ ਸੌਂਪ ਦੂੰਗਾ। ਬਹੁਤ ਵਧੀਆ ਗੱਲ, ਬਹੁਤ ਚੰਗੀ ਗੱਲ ਕੀਤੀ ਹੈ, ਮੈਂ ਉਹਨਾਂ ਦੀ ਸਰਾਹਨਾ ਵੀ ਕਰੂੰਗਾ। ਪਰ ਕੀ ਉਹ ਕੱਲ ਨੂੰ ਸਰਕਾਰ ਦੇ ਵਿੱਚ ਆ ਜਾਂਦੇ ਨੇ ਕਿ ਇਹ ਜਿਹੜਾ ਨਜ਼ਰੀਆ ਉਦੋਂ ਤੱਕ ਰਹੂਗਾ? ਦੇਖੋ ਇਹ ਜਿਹੜੀਆਂ ਚੀਜ਼ਾਂ ਜੋ ਮੈਨੀਫੈਸਟੋ ਮੰਨ ਲਓ ਕੈਪਟਨ ਸਾਹਿਬ ਨੇ ਬਣਾਇਆ ਸੀ, ਲਿਖਿਆ ਸੀ, ਉਹਨਾਂ ਦੇ ਵਿੱਚ ਮਨਮੋਹਨ ਸਿੰਘ ਜੀ ਦਾ ਵੀ ਰੋਲ ਹੈ, ਹਾਈ ਕਮਾਂਡ ਦਾ ਵੀ ਰੋਲ ਹੈ, ਉਹ ਅੱਜ ਪੂਰੇ ਹੋਏ। ਕਹਿਣ ਦਾ ਭਾਵ ਇਹੀ ਹੈ ਕਿ ਸਰਕਾਰ ਬਣਾਉਣ ਤੋਂ ਪਹਿਲਾਂ, ਆਉਣ ਤੋਂ ਪਹਿਲਾਂ ਲੋਕਾਂ ਨੂੰ ਵਧੀਆ ਲੋਲੀਪੌਪ ਦੇਣ ਤੋਂ ਪਹਿਲਾਂ ਬਹੁਤ ਕੁਝ ਕਿਹਾ ਜਾਂਦਾ, ਲੇਕਿਨ ਜਦੋਂ ਸਰਕਾਰਾਂ ਬਣ ਜਾਂਦੀਆਂ ਉਦੋਂ ਤੂੰ ਕੌਣ ਤੇ ਮੈਂ ਕੌਣ, ਇਹ ਬੜਾ ਫਰਕ ਪੈ ਗਿਆ। ਇਹ ਲੋਕਾਂ ਨੂੰ ਸਿਆਣਾ ਬਣਨਾ ਪਊਗਾ, ਸੋਚ ਸਮਝ ਕੇ ਆਪਣਾ ਵੋਟ ਦਾ ਅਧਿਕਾਰ ਯੂਜ਼ ਕਰਨਾ ਪਊਗਾ ਜੀ। ਬਵੇਜਾ ਸਰ ਟਾਈਮ ਨਹੀਂ ਇਜਾਜ਼ਤ ਦਿੰਦਾ, ਇੱਕ ਲਾਸਟ ਸਵਾਲ ਆ ਬੜਾ ਜਿਹੜਾ ਅੱਜ ਕੱਲ੍ਹ ਰੌਲਾ ਪਿਆ ਪਰਾਲੀ ਦਾ। ਅਸੀਂ ਸ਼ਹਿਰ ਦੇ ਵਿੱਚ ਜਾਂਦੇ ਹਾਂ, ਪਿੰਡਾਂ ਦੇ ਵਿੱਚ ਜਾਂਦੇ ਹਾਂ, ਧੂੰਆਂ ਹੀ ਧੂੰਆਂ ਸਾਰੇ ਪਾਸੇ ਆ। ਬੱਚਿਆਂ ਦੀ ਸਿਹਤ ਤੋਂ ਲੈ ਕੇ ਬਜ਼ੁਰਗਾਂ ਦੀ ਸਿਹਤ ਕਿਤੇ ਨਾ ਕਿਤੇ ਖਿਲਵਾੜ ਹੋ ਰਿਹਾ ਹੈ। ਕਿਸਾਨ ਗਲਤ ਮੰਨਦੇ ਹੋ ਕਿ ਸਰਕਾਰਾਂ ਗਲਤ ਮੰਨਦੇ ਹੋ? ਦੇਖੋ ਜੀ ਗੱਲ ਇਹ ਹੈ, ਇਹ ਦੋਨਾਂ ਪੱਖੀ ਆਪਾਂ ਗੱਲ ਕਹਿ ਸਕਦੇ ਆ। ਉਹਦਾ ਕਾਰਨ ਇਹ ਹੈ, ਜੇ ਸਰਕਾਰਾਂ ਜਿਵੇਂ ਕਿ ਆਪਾਂ ਵਾਹਵਾ ਦੇਰ ਤੋਂ ਆਪਾਂ ਦੇਖ ਰਹੇ ਆ ਕਿ ਦਿੱਲੀ ਦੇ ਬਰੂਹਾਂ ਤੇ ਆਪਣੇ ਕਿਸਾਨ ਬੈਠੇ ਆ, ਉਹਨਾਂ ਨਾਲ ਕਿੰਨਾ ਜ਼ਬਰਦਸਤ ਬੁਰਾ ਹਾਲ ਉਹਨਾਂ ਦਾ ਹੋ ਰਿਹਾ, ਉਹਨਾਂ ਦੇ ਘਰ ਪਰਿਵਾਰ ਕਿਵੇਂ ਰੁੱਲ ਰਹੇ, ਕਿਸੇ ਨੂੰ ਕੋਈ ਚਿੰਤਾ ਨਹੀਂ। ਈਵਨ ਉਹਨਾਂ ਦੇ ਨਾਲ ਹਰ ਇੱਕ ਤਰ੍ਹਾਂ ਦਾ ਵਰਗ ਹੈਗਾ, ਵਪਾਰੀ ਵਰਗ ਵੀ ਹੈਗਾ, ਲੇਬਰ ਦਾ ਵਰਗ ਵੀ ਬਹੁਤ ਨਾਲ ਹੈਗਾ। ਅਗਰ ਸਰਕਾਰਾਂ ਉਹਨਾਂ ਨੂੰ ਆਪਣੇ ਟਾਈਮ ਦੇ ਦੌਰਾਨ ਅਗਰ ਕੋਈ ਬੈਨੀਫਿਟ ਦੇਣ, ਫਾਇਦੇ ਦੇਣ, ਤਾਂ ਉਹਨਾਂ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ। ਠੀਕ ਹੈ। ਇੱਕ ਪਾਸੇ ਸਰਕਾਰ ਦੀ ਉਹੀ ਗੱਲ ਆ ਜਾਂਦੀ, ਕਹਿਣੀ ਤੇ ਕਥਨੀ, ਸਰਕਾਰ ਉੱਥੇ ਫਸਲ ਖਰਾਬ ਹੋ ਜਾਂਦੀ ਹੈ ਤੇ ਸਰਕਾਰ ਵੱਡੇ ਵੱਡੇ ਬਿਆਨ ਦੇ ਆਉਂਦੀ ਹੈ ਕਿ ਲੋ ਜੀ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ, ਬਹੁਤ ਵਧੀਆ। ਤੇ ਜਦੋਂ ਮੁਆਵਜ਼ਾ ਦੇਣ ਦਾ ਫੈਸਲਾ ਆਉਂਦਾ ਜੀ, ਉਹ 5000 ਰੁਪਏ ਦੇ ਦਾਂਗੇ ਜੀ ਇਹਨਾਂ ਨੂੰ ਕਿੱਲੇ ਦਾ। ਆ ਪਿਛਲੇ ਦਿਨੀ ਜਦੋਂ ਗੁਲਾਬੀ ਸੁੰਡੀ ਦੀ ਲੱਗੀ ਸੀ, ਬਣਿਆ ਸੀ, ਨਾਲ ਦੀ ਨਾਲ ਹੀ ਚੰਨੀ ਸਾਹਿਬ ਇਮੀਡੀਏਟਲੀ ਉੱਥੇ ਉਹਨਾਂ ਨੇ ਦੌਰਾ ਕੀਤਾ। ਉਹ ਲੋਕਾਂ ਨੇ ਬੜਾ ਭਰਵਾਂ ਹੁੰਗਾਰਾ ਵੀ ਦਿੱਤਾ ਵੀ ਲੈ ਵੀ ਚੰਨੀ ਸਾਹਿਬ ਆਪ ਆਏ ਆ, ਤੇ ਆਪ ਆ ਕੇ ਇਹਨਾਂ ਨੇ ਆਂਦਿਆਂ ਸਾਰੀ ਇਹਨਾਂ ਨੇ ਫੈਸਲਾ ਕਰਤਾ। ਬੜੇ ਖੁਸ਼ੀ ਨਾਲ ਲੋਕਾਂ ਨੂੰ ਚਾਅ ਸੀ, ਪਰ ਉਹ ਵੀ ਮੁਆਵਜ਼ਾ ਇਹਨਾਂ ਨੇ ਪੂਰਾ ਨਹੀਂ ਦਿੱਤਾ। ਉਹ ਵੀ ਮੁਆਵਜ਼ੇ ਕਰਕੇ ਉਹੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਜੇ ਸਰਕਾਰਾਂ ਇਹ ਕੰਮ ਕਰ ਦਿੰਦੀਆਂ, ਕਿਸਾਨਾਂ ਦੇ ਲੈਵਲ 'ਚ ਥੋੜਾ ਉਹਨਾਂ ਨੂੰ ਬੈਨੀਫਿਟ ਦੇ ਦਿੰਦੀਆਂ, ਤੇ ਮੈਨੂੰ ਨਹੀਂ ਲੱਗਦਾ ਕਿ ਪਰਾਲੀ ਸਾੜਨ ਦਾ ਕੋਈ ਟਾਈਮ ਮੌਕਾ ਮਿਲੂਗਾ। ਬਾਕੀ ਇੱਕ ਗੱਲ ਜ਼ਰੂਰ ਕਵਾਂਗੇ ਆਪਣੇ ਕਿਸਾਨ ਵੀਰਾਂ ਨੂੰ ਵੀ, ਪੰਜਾਬ ਦੇ ਲੋਕਾਂ ਦੀ ਹੈਲਥ ਦਾ ਧਿਆਨ ਰੱਖਣਾ ਉਹ ਵੀ ਸਾਡੀ ਡਿਊਟੀ ਹੈ, ਔਰ ਸਾਨੂੰ ਉਹਨਾਂ ਦੇ ਪੂਰਾ ਮਾਣ ਹੈ ਕਿ ਜਿਹੜਾ ਕਿਸਾਨ ਹੈ ਉਹ ਸਾਡਾ ਭਾਈ ਹੈ, ਔਰ ਉਹਨਾਂ ਨੂੰ ਇੱਕ ਇੱਕ ਬੱਚੇ ਦਾ, ਇੱਕ ਇੱਕ ਬੰਦੇ ਦਾ, ਈਵਨ ਉੱਥੇ ਉਹਨਾਂ ਦੇ ਆਪਣੇ ਬੱਚੇ ਵੀ ਨੇ, ਔਰ ਉਹਨਾਂ ਘਰਾਂ ਦੇ ਵਿੱਚ ਕੋਈ ਇਹੋ ਜਿਹੇ
ਕੇਸ ਵੀ ਹੋਣਗੇ ਜਿਹੜੇ ਹੈਲਥ ਵਾਈਜ਼ ਪਹਿਲਾਂ ਹੀ ਕਮਜ਼ੋਰ ਹੋਣਗੇ ਜਾਂ ਉਹਨਾਂ ਦੀ ਹੈਲਥ ਇੰਨੀ ਵਧੀਆ ਨਹੀਂ ਹੋਊਗੀ। ਸੋ ਦੈਟ ਸਾਡੀ ਇਹੀ ਬੇਨਤੀ ਆ ਉਹਨਾਂ ਨੂੰ ਵੀ, ਇਹ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਸਰਕਾਰਾਂ ਦੀ ਗੱਲ ਨੂੰ ਮੰਨਣਾ ਵੀ ਚਾਹੀਦਾ, ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਸਰਕਾਰ ਨੂੰ ਵੀ ਉਹਨਾਂ ਦੇ ਵੱਲ ਧਿਆਨ ਰੱਖਣਾ ਚਾਹੀਦਾ। ਜੀ ਸਮਾਂ ਇੰਨਾ ਹੀ ਸੀਗਾ, ਤੁਸੀਂ ਚਰਚਾ ਦੇ ਵਿਸ਼ੇ ਵਿੱਚ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ।